ਮੁਬਾਰਕ ਦਿਹਾੜੇ 'ਤੇ ਜੁੱਗੋ ਜੁੱਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸੁਭਾਏਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਦਸਮ ਪਾਤਸ਼ਾਹ ਵੱਲੋਂ ਬਖਸ਼ੀ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਕ ਗੱਲ ਥੋੜ੍ਹੀ ਜਿਹੀ ਸਾਫ਼ ਕਰਨੀ ਚਾਹੁੰਦਾ ਕਿ ਇਹ ਗੱਲ ਲੱਗ ਸਕਦੀ ਹੈ ਕਿ ਵਿਸਾਖੀ ਦੇ ਦਿਨ ਜੋ ਕੁਝ ਹੋਇਆ ਅਨੰਦਪੁਰ ਸਾਹਿਬ ਦੀ ਧਰਤੀ 'ਤੇ, ਮੇਰਾ ਖਿਆਲ ਕੋਈ ਸਿੱਖ ਬੱਚਾ ਵੀ ਹੈ, ਭਾਵੇਂ ਬਜ਼ੁਰਗ ਹੈ, ਬੀਬੀ ਹੈ, ਨੌਜਵਾਨ ਹੈ, ਸ਼ਾਇਦ ਹੀ ਕੋਈ ਇਹੋ ਜਿਹਾ ਅਭਾਗਾ ਸਿੱਖ ਹੋਊ ਜਿਹਨੂੰ ਉਸ ਘਟਨਾ ਬਾਰੇ ਜਿੰਨਾ ਕੁ ਵਿਸਥਾਰ ਹੈ ਉਹਦਾ ਪਤਾ ਨਾ ਹੋਵੇ। ਸੋ ਕੁਛ ਗੱਲਾਂ ਜਿਨ੍ਹਾਂ ਦਾ ਤੁਸੀਂ ਇੱਥੇ ਜਿੰਨੀ ਵੀ ਸੰਗਤ ਹਾਜ਼ਰ ਹੈ, ਆਪਾਂ ਇਹ ਮੰਨ ਕੇ ਚੱਲਦੇ ਹਾਂ ਕਿ ਤੁਹਾਨੂੰ ਕੁਛ ਗੱਲਾਂ ਦਾ ਤਾਂ ਪਤਾ ਹੀ ਹੈ ਪਹਿਲਾਂ, ਪਰ ਕੁਛ ਗੱਲਾਂ ਜਿਹੜੀਆਂ ਮੇਰੇ ਮਨ 'ਚ ਆਈਆਂ ਕਿ ਜਿਹੜਾ ਸਾਨੂੰ ਲੱਗਦਾ ਹੁੰਦਾ ਕਿ ਗੱਲਾਂ ਦਾ ਪਤਾ ਹੈ, ਉਹ ਤਾਂ ਠੀਕ ਹੈ, ਕੁਛ ਗੱਲਾਂ ਦਾ ਪਤਾ ਹੁੰਦਾ, ਪਰ ਕੁਛ ਗੱਲਾਂ ਦਾ ਨਹੀਂ ਪਤਾ ਹੁੰਦਾ। ਗੱਲਾਂ ਦੇ ਪਿੱਛੇ ਵੀ ਕੋਈ ਗੱਲਾਂ ਹੁੰਦੀਆਂ, ਪ੍ਰਗਟ ਹੋ ਰਹੇ ਸੱਚ ਦੇ ਪਿੱਛੇ ਵੀ ਕੋਈ ਸੱਚ ਹੁੰਦਾ। ਸੋ ਆਪਾਂ ਨੂੰ ਦਸਮ ਪਾਤਸ਼ਾਹ ਗੁਰੂ ਸਾਹਿਬਾਨ ਨੇ ਇੱਕ ਅਜਿਹੀ ਦ੍ਰਿਸ਼ਟੀ, ਅੰਤਰ ਦ੍ਰਿਸ਼ਟੀ ਬਖਸ਼ੀ ਹੈ ਕਿ ਅਸੀਂ ਜੋ ਕੁਛ ਵਾਪਰ ਰਿਹਾ ਹੈ ਉਹਦੇ ਪਿਛੋਕੜ 'ਚ ਜੋ ਅਦ੍ਰਿਸ਼ਟਮਾਨ ਚੱਲ ਰਿਹਾ ਹੈ, ਅਸੀਂ ਆਪਦੀ ਨਜ਼ਰ ਨੂੰ ਜਾਂ ਦ੍ਰਿਸ਼ਟੀ ਨੂੰ ਉੱਥੋਂ ਤੱਕ ਲੈ ਕੇ ਜਾਣਾ। ਸੋ ਆਪਾਂ ਸ਼ੁਰੂ ਕਰਦੇ ਹਾਂ। ਗੱਲ ਕੋਈ ਬਹੁਤਾ ਲੰਮਾ ਚੌੜਾ ਵਿਸਥਾਰ 'ਚ ਨਾ ਜਾਈਏ। ਇਸ ਗੱਲ ਦਾ ਸਾਰਿਆਂ ਨੂੰ ਪਤਾ ਹੈ ਕਿ ਜੇ ਬਿਕਰਮੀ ਸੰਮਤ ਦੀ ਗੱਲ ਕਰੀਏ, ਜਿਹੜੀ ਕਿ ਉਦੋਂ ਪ੍ਰਚਲਿਤ ਸੀ, ਤਾਂ 1756 ਬਿਕਰਮੀ ਦੀ ਪਹਿਲੀ ਵਿਸਾਖ, ਤੇ ਉਸ ਤੋਂ ਬਾਅਦ ਜਿਹੜਾ ਅੱਜ ਕੈਲੰਡਰ ਚੱਲ ਰਿਹਾ ਹੈ, ਜਿਹੜੀਆਂ ਅੱਜ ਤਰੀਕਾਂ ਸਾਡੇ ਜੇਨ 'ਚ ਆਉਂਦੀਆਂ, ਉਸ ਮੁਤਾਬਕ 1699 ਈਸਵੀ 26 ਮਾਰਚ ਸੀ। ਉਸ ਸਾਲ ਪਹਿਲੀ ਵਿਸਾਖ ਸੀ, ਪਰ 26 ਮਾਰਚ ਦਾ ਦਿਨ ਸੀ ਤੇ ਵੀਰਵਾਰ ਦਾ ਦਿਹਾੜਾ ਸੀ। ਉਸ ਮੌਕੇ ਜੇ ਆਪਾਂ ਅੱਜ ਦੇ ਕੈਲੰਡਰ ਨੂੰ ਉਹਦੇ ਨਾਲ ਮਿਲ ਕੇ ਦੇਖੀਏ, ਸੋ ਉੱਥੇ ਜੋ ਕੁਛ ਹੋਇਆ ਉਹਦਾ ਜਿਹੜਾ ਇੱਕ ਸਥੂਲ ਦ੍ਰਿਸ਼ ਹੈ, ਉਹਦੇ ਬਾਰੇ ਆਪਾਂ ਕੋਈ ਬਹੁਤੇ ਵਿਸਥਾਰ 'ਚ ਨਹੀਂ ਜਾਣਾ, ਉਹ ਸਾਰਿਆਂ ਨੂੰ ਪਤਾ ਹੈ, ਕਿਉਂਕਿ ਉੱਥੇ ਮੌਜੂਦ ਹਰ ਸਥੂਲ ਅੱਖ ਨੇ ਜੋ ਦੇਖਿਆ ਉਹ ਇਹ ਸੀ ਕਿ ਦਸਮ ਪਾਤਸ਼ਾਹ ਨੇ ਬਹੁਤ ਚਿਰ ਪਹਿਲਾਂ ਹੀ, ਵਿਸਾਖੀ ਤੋਂ ਬਹੁਤ ਚਿਰ ਪਹਿਲਾਂ, ਸਾਰੀ ਸੰਗਤ ਨੂੰ ਸੁਨੇਹੇ ਪਹੁੰਚਾਤੇ ਸੀ ਕਿ ਵਿਸਾਖੀ ਦੇ ਦਿਹਾੜੇ 'ਤੇ ਹਰ ਸਿੱਖ ਜੋ ਵੀ ਚੱਲ ਕੇ ਆ ਸਕਦਾ ਉਹ ਅਨੰਦਪੁਰ ਸਾਹਿਬ ਪਹੁੰਚੇ। ਬਸ ਇੰਨਾ ਹੁਕਮ ਹੀ ਹੋਇਆ ਸੀ, ਕਿਤੇ ਕੋਈ ਇਸ਼ਾਰਾ ਵੀ ਨਹੀਂ ਸੀ ਦਿੱਤਾ ਵੀ ਹੋਣ ਕੀ ਜਾ ਰਿਹਾ। ਉਦੋਂ ਦਾ ਸਿੱਖ ਸਾਡੇ ਵਰਗਾ ਵੀ ਨਹੀਂ ਸੀ ਅੱਜ ਵਾਂਗੂ ਵੀ ਪਹਿਲਾਂ ਦੱਸੋ ਤਾਂ ਸਹੀ ਉੱਥੇ ਹੋਣਾ ਕੀ ਹੈ, ਫਿਰ ਦੇਖਾਂਗੇ ਆਉਣਾ ਕਿ ਨਹੀਂ ਆਉਣਾ। ਉਦੋਂ ਦਾ ਸਿੱਖ ਹੋਰ ਤਰ੍ਹਾਂ ਸੀ। ਉਹਨੂੰ ਇੱਕੋ ਹੀ ਸ਼ਬਦ ਆਉਂਦਾ ਸੀ, ਜਦੋਂ ਗੁਰੂ ਦਾ ਹੁਕਮ ਹੁੰਦਾ ਸੀ ਉੱਥੇ ਕੋਈ ਸਵਾਲ ਨਹੀਂ, ਉੱਥੇ ਹੱਥ ਜੁੜ ਜਾਂਦੇ ਸੀ ਤੇ ਮੂੰਹ 'ਚੋਂ ਸੱਤ ਵਚਨ ਨਹੀਂ ਨਿਕਲਦਾ ਸੀ, ਬਸ। ਨਾ ਕੋਈ ਸ਼ੰਕਾ, ਨਾ ਸਵਾਲ। ਇਸ ਕਰਕੇ ਕਿਸੇ ਨੇ ਇਹ ਗੱਲ ਘੋਖਣ ਦੀ ਲੋੜ ਹੀ ਨਹੀਂ ਸਮਝੀ ਕਿ ਜੋ ਹੋਣਾ ਵਾਹਿਗੁਰੂ ਨੂੰ ਪਤਾ ਹੈ, ਉਹ ਸਾਹਮਣੇ ਵੀ ਆ ਜਾਣਾ ਹੈ, ਸਾਨੂੰ ਤਾਂ ਪਹੁੰਚਣ ਦਾ ਹੁਕਮ ਹੋਇਆ। ਸੋ ਉੱਥੇ ਇਹ ਸਾਰੇ ਇਤਿਹਾਸ 'ਚ ਦਰਜ ਹੈ ਕਿ ਜੋ ਇਕੱਠ ਹੋਇਆ ਉਸ ਦਿਨ,
ਉਹ ਸਿੱਖ ਧਰਮ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਇਤਿਹਾਸ ਦਾ ਪਹਿਲਾ ਐਡਾ ਵੱਡਾ ਇਕੱਠ ਸੀ। ਸੰਗਤਾਂ ਜੁੜਦੀਆਂ ਰਹੀਆਂ ਨੇ ਹੋਰਾਂ ਪਾਤਸ਼ਾਹੀਆਂ ਵੇਲੇ ਵੀ, ਹੋਰਾਂ ਪੁਰਬਾਂ 'ਤੇ ਵੀ, ਪਰ ਉਸ ਦਿਨ ਦਾ ਇਕੱਠ ਲਾਸਾਨੀ ਸੀ ਕਿ ਜੋ ਵੀ ਆ ਸਕਦਾ ਸੀ ਉਸ ਦਿਨ ਘਰੇ ਨਹੀਂ ਰਿਹਾ ਸੀ, ਕਿੰਨੀ ਵੀ ਦੂਰ ਕਿਉਂ ਨਾ ਹੋਵੇ। ਉਦੋਂ ਆਪਾਂ ਨੂੰ ਪਤਾ ਹੈ ਆਉਣ ਦੇ ਸਾਧਨ ਵੀ ਅੱਜ ਵਾਂਗੂ ਨਹੀਂ ਸੀ, ਨਾ ਸੁਨੇਹੇ ਦੇਣ ਦੇ ਸਾਧਨ ਅੱਜ ਵਰਗੇ ਸੀ। ਸੋ ਜਿਵੇਂ ਵੀ ਕੋਈ ਪਹੁੰਚ ਸਕਦਾ ਸੀ ਉੱਥੇ ਪਹੁੰਚੇ। ਤੇ ਮੈਂ ਹੁਣ ਗੱਲ ਕਰ ਰਿਹਾ ਵੀ ਜਿਹੜਾ ਹਰ ਉੱਥੇ ਮੌਜੂਦ ਅੱਖ ਨੇ ਆਪਦੇ ਅੱਖੀਂ ਦੇਖਿਆ ਜਿੰਨਾ ਕੁ ਸਤੂਲ ਨਜ਼ਾਰਾ, ਉਹ ਤਾਂ ਇਹ ਸੀ ਕਿ ਬਹੁਤ ਦੂਰ ਤੱਕ ਕਨਾਤਾਂ ਲੱਗੀਆਂ ਹੋਈਆਂ ਸੀ। ਜਗ੍ਹਾ ਉਹੀ ਜਿੱਥੇ ਅੱਜ ਕੱਲ੍ਹ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਜਿੱਥੇ ਕੇਸਗੜ੍ਹ ਸਾਹਿਬ ਸੁਸ਼ੋਭਿਤ ਹੈ, ਉਸ ਮੌਕੇ ਖੁੱਲ੍ਹਾ ਮੈਦਾਨ ਸੀਗਾ, ਪਹਾੜੀ ਦੇ ਉੱਤੇ ਹੈ, ਉਚਾਈ 'ਚ ਹੈ, ਤੋ ਜ਼ਮੀਨ ਵੱਡੀ ਪੱਧਰ 'ਤੇ ਸਾਫ਼ ਕੀਤੀ ਗਈ ਹੋਣੀ ਹੈ ਇੰਨੀ ਸੰਗਤ ਦੇ ਸਮਾਉਣ ਵਾਸਤੇ। ਕਨਾਤਾਂ ਲੱਗੀਆਂ ਤੇ ਗੁਰੂ ਸਾਹਿਬ ਦੇ ਬੈਠਣ ਜਾਂ ਖੜ੍ਹਨ ਵਾਸਤੇ ਇੱਕ ਉੱਚਾ ਪਲੇਟਫਾਰਮ ਬਣਿਆ ਇੱਕ ਸਿਰੇ ਦੇ ਉੱਤੇ। ਉਸ ਪਲੇਟਫਾਰਮ ਦੇ ਨਾਲ ਹੀ ਇੱਕ ਛੋਟਾ ਜਿਹਾ ਨੀਲਾ ਤੰਬੂ ਹੈ। ਉਹ ਤੰਬੂ ਦੇ ਅੰਦਰ ਕੀ ਹੈ ਇਹ ਕਿਸੇ ਸਿੱਖ ਨੇ ਨਾ ਜਾਣਨ ਦੀ ਕੋਸ਼ਿਸ਼ ਕੀਤੀ ਨਾ ਪੁੱਛਣ ਦੀ, ਪਰ ਤੰਬੂ ਸੀ। ਸੋ ਗੁਰੂ ਸਾਹਿਬ ਉਸੇ ਪਾਸੇ ਤੋਂ ਦੀਵਾਨ ਦੇ ਵਿੱਚ ਪ੍ਰਗਟ ਹੋਏ। ਆਉਂਦਿਆਂ ਹੀ ਸਿੱਧੇ ਉਹ ਉਸ ਥੜੇ ਦੇ ਉੱਤੇ ਚੜ੍ਹੇ, ਬੈਠੇ ਨਹੀਂ, ਖੜ ਕੇ ਇੱਕ ਨਜ਼ਰ ਸਾਰੀ ਸੰਗਤ 'ਤੇ ਮਾਰੀ। ਉਸ ਤੋਂ ਬਾਅਦ ਤੇਗ ਹਮੇਸ਼ਾ ਹੀ ਹੱਥ 'ਚ ਹੁੰਦੀ ਸੀ, ਕੋਈ ਨਵਾਂ ਦਿਨ ਨਹੀਂ ਸੀ। ਪਰ ਉਸ ਦਿਨ ਉਹਨਾਂ ਨੇ ਜਦੋਂ ਖੜ੍ਹੇ ਤਾਂ ਤੇਗ 'ਚੋਂ, ਮਿਆਨ ਦੇ ਵਿੱਚੋਂ ਜਿਹੜੀ ਤੇਗ ਬਾਹਰ ਕੱਢੀ, ਫਿਰ ਹਵਾ 'ਚ ਲਹਿਰਾਈ ਤੇ ਬੋਲੇ, ਮੈਨੂੰ ਇੱਕ ਸਿਰ ਦੀ ਲੋੜ, ਬਸ, ਤੇ ਮੇਰਾ ਕੋਈ ਪਿਆਰਾ ਇੱਕ ਸਿੱਖ ਅੱਗੇ ਆਵੇ, ਇੰਨਾ ਹੀ ਹੁਕਮ ਹੋਇਆ ਬਸ। ਉਸ ਤੋਂ ਬਾਅਦ ਆਪਾਂ ਬੜਾ ਅਲੱਗ-ਅਲੱਗ ਕਿਸਮ ਦਾ ਵਰਣਨ ਪੜ੍ਹਦੇ ਹਾਂ ਕਿ ਗੁਰੂ ਨੇ ਤਾਂ ਹੁਕਮ ਕਰਤਾ, ਸੰਗਤ ਦਾ ਹੁੰਗਾਰਾ ਕੀ ਸੀ ਭਲਾ, ਸੰਗਤ ਨੇ ਕੀ ਕੀਤਾ। ਕਿਸੇ ਨੇ ਇਹ ਲਿਖਿਆ ਕਿ ਸੁੰਨ ਵਰਤ ਗਈ, ਕਿਸੇ ਨੇ ਇਹ ਲਿਖਿਆ ਕਿ ਸੰਗਤ 'ਚ ਇੱਕਦਮ ਘਬਰਾਹਟ ਫੈਲ ਗਈ, ਕਿਸੇ ਨੇ ਇਹ ਲਿਖਿਆ ਕਿ ਕੁਛ ਡਰ ਕੇ ਭੱਜ ਵੀ ਗਏ, ਤੇ ਕਿਸੇ ਨੇ ਇਹ ਵੀ ਕਿਹਾ ਕਿ ਉੱਠ ਕੇ ਕਈ ਮਾਤਾ ਗੁਜਰੀ ਪਾਸ ਵੀ ਗਏ ਕਿ ਅੱਜ ਗੁਰੂ ਨੂੰ ਕੀ ਹੋ ਗਿਆ, ਤੁਸੀਂ ਆਓ ਗੱਲ ਕਰੋ ਉਹਨਾਂ ਨਾਲ। ਮਤਲਬ ਇਹ ਇਤਿਹਾਸ ਦੇ ਵਿੱਚ ਵਰਣਨ ਲਿਖਤੀ ਵੀ ਮਿਲਦੇ ਆ ਤੇ ਤੁਸੀਂ ਸੁਣੇ ਵੀ ਹੋਣੇ। ਬਸ ਆਪਾਂ ਇਸ ਮਸਲੇ 'ਤੇ ਗੱਲ ਕਰਨੀ ਹੈ। ਇਹ ਜਿਹੜੇ ਵਰਣਨ ਇਸ ਕਿਸਮ ਦੇ ਨੇ, ਕੀ ਇਹ ਸਾਰੇ ਸੱਚੇ ਹੈ? ਜੇ ਸੱਚੇ ਨਹੀਂ ਤਾਂ ਕੀ ਕਿਸੇ ਨੇ ਸੋਚ ਸਮਝ ਕੇ ਗਿਣ ਮਿਥ ਕੇ ਝੂਠ ਬੋਲਿਆ? ਜੇ ਆਪਾਂ ਇਹ ਵੀ ਮੰਨ ਲਈਏ ਕਿ ਕਿਸੇ ਨੇ ਗਿਣ ਮਿਥ ਕੇ ਝੂਠ ਨਹੀਂ ਬੋਲਿਆ, ਉਹਨੂੰ ਲੱਗਿਆ ਹੀ ਇਸ ਤਰ੍ਹਾਂ, ਕਿਉਂਕਿ ਉੱਥੇ ਜੋ ਸੰਗਤ ਮੌਜੂਦ ਸੀ ਉਹਨਾਂ 'ਚੋਂ ਜਿਹੜੀ ਕੋਈ ਅਜਿਹਾ ਸ਼ਖਸ ਜਿਹਨੇ ਲਿਖਤੀ ਰਿਕਾਰਡ ਰੱਖਿਆ ਹੋਵੇ ਉਸ ਮੌਕੇ ਦਾ, ਉਹ ਜਿੰਨੀ ਕੁ ਖੋਜ ਆਪਾਂ ਕਰ ਸਕਦੇ ਹਾਂ ਇਤਿਹਾਸ ਦੀ, ਉਹਦੇ 'ਚ ਦੋ ਬੰਦੇ ਹੀ ਹੈ। ਇੱਕ ਔਰੰਗਜ਼ੇਬ ਵੱਲੋਂ ਸਪੈਸ਼ਲ ਤੌਰ 'ਤੇ ਭੇਜਿਆ ਸੂਈਆ, ਜਿਹੜਾ ਪੱਕੇ ਤੌਰ 'ਤੇ ਉੱਥੇ ਅਨੰਦਪੁਰ ਸਾਹਿਬ ਆ ਕੇ ਰਹਿਣ ਲੱਗ ਗਿਆ ਸੀ ਭੇਸ ਬਦਲ ਕੇ, ਤੇ ਹਰ ਸਰਗਰਮੀ ਦੀ ਖਬਰ ਬਾਦਸ਼ਾਹ ਨੂੰ ਭੇਜ ਦਿੰਦਾ ਸੀ। ਸੋ ਇੱਕ ਤਾਂ ਉਹਦਾ ਜ਼ਿਕਰ ਆਉਂਦਾ ਹੈ।
कि उन्हें अपनी जिहड़ी लिखती रिपोर्ट है वो दिल्ली दरबार नूं भेजी। वो आपां अगे गल करांगे उहदे विच की है। दूजा कवि सैनापति, तुसीं सारिआं ने नाम सुनिया होना, उन्हां दे ग्रंथ दी बड़ा प्रसिद्ध है। सो वो गुरु गोबिंद सिंह वेले उन्हां दा समकाली सी। सो कहा जाता है कि वो भी उत्थे मौजूद सी। उन्हें भी वर्णन लिखे है कि उत्थे की होया, जिहदे बारे आपां अगे जाके गल करांगे। उस मौके तक चारे साहिबजादे प्रगट हो चुके सी। बाबा अजीत सिंह, उन्हां नूं माता सुंदरी ने जन्म दिता सी। बाकी तिन्नां नूं माता जीतो जी ने जन्म दिता सी। उदों तक अजे माता साहब कौर आनंदपुर नहीं पहुंची सी। ये कई बंदियां नूं अज पता नहीं कि वो 2 साल, उस तो 2 साल बाद जाके वो आनंदपुर साहब आउंदे हैं। सो ये कुछ जेड़े ना झुठलाए जा सकन वाले तत्त। सो ये तो एक हो गया स्थूल दृश्य कि गुरु ने सीस मंगया। बाकी गल आपां छड्ड दिन्ने आ। डर फैलिया, घबराहट फैली, चुप पसर गई, कोई भज गया, ये तो आपां बाद च गल करांगे। पर एक गल जरूर आपां सारिआं नूं पता है कि अखीर दे विच एक सिख उठिया सी, क्योंकि एक नूं उठण दा ही हुक्म सी। वो उठिया सी ते गुरु साहब उहनूं आपदे नाल वो नीले तंबू के अंदर लै गए सी। कुछ चिर बाद, थोड़े चिर बाद गुरु साहब उस तंबू चों बाहर आउंदे ने। हत्थ चो ही तेग है नंगी, पर उस मौके उस तेग चों लहू नुचड़ रहा। आउंदे ही होर कोई गल नहीं की। पहला एक दा हुक्म होया कि एक होर आवे। हुण सारा रहस्य है कि किन्ने सिर मंगने हैं, ये खेड की है सारी। पर मैं जिवें पहलां कहा, उदों दे सिख ते अज दे सिख च फर्क सी। उदों सिखां दा विश्वास सी कि ये तां गुरु ही जाणदा। असीं ये चाह के की लेना। हुक्म होया है तो उन्होंने 7 वचन कह के प्रवान करो। सो दूजा उठिया। इस तरह बारों बारी 5 शरीर उठे। उही गल वापरदी रही, दोहराई जाती रही कि फिर गुरु साहब आउंदे सी, हत्थ 'च फिर उही तेग नंगी हुंदी सी, होर लहू नुचड़दा हुंदा सी। ते कुछ चिर बाद वो पंजे दे पंजे जिहड़े सिंह ने वो गुरु साहब दे नाल ही बाहर आए। उदों उन्हां दे बाणे नवें सी, जदों वो गए वो बाणे नहीं सी, बाणे नवें सी, कमर कसे होए सी। सो उस तो बाद आपां सारिआं नूं पता है कि गुरु साहब ने कहा कि हुण इन्हां 5 ਸਿੰਘਾਂ नूं अमृत छकाउणा। सो ऐन उस मौके माता जीतो जी आए। झोली दे विच पतासे सी। सो फुलादी बर्तन दे विच पानी रखिया होया सी, पतासे घोले गए। चलो अपन नूं सारा पता है कि 5 बाणियां दा जाप होया। उस तो बाद वो 5 ਸਿੰਘਾਂ नूं अमृत छकाया गया।
ਫਿਰ ਗੁਰੂ ਜੀ ਨੇ ਕਿਹਾ ਕਿ ਹੁਣ ਇਹ ਪੰਜੇ ਸਿੰਘ ਦੇ ਹੱਥੋਂ ਮੈਂ ਅੰਮ੍ਰਿਤ ਛਕਾਂਗਾ। ਸੋ ਉੱਥੇ ਉਹ ਪੰਜੇ ਜਿਹੜੇ ਸਿੰਘ ਨੇ ਉਹ ਗੁਰੂ ਦੀ ਥਾਂ ਖੜੇ ਨੇ ਤੇ ਗੁਰੂ ਉਹਨਾਂ ਸਿੱਖਾਂ ਦੀ ਥਾਂ ਖੜਾ। ਫਿਰ ਗੁਰੂ ਸਾਹਿਬ ਨੇ ਅੰਮ੍ਰਿਤ ਛਕਿਆ ਉਹਨਾਂ ਤੋਂ। ਉਸ ਤੋਂ ਬਾਅਦ ਸਾਰੀ ਸੰਗਤ ਨੂੰ ਅੰਮ੍ਰਿਤ ਛਕਾਇਆ ਗਿਆ। ਜੋ ਇਤਿਹਾਸ ਦੇ ਵਿੱਚ ਦਰਜ ਹੈ ਉਹਦੇ ਮੁਤਾਬਕ ਇੱਕ ਅੰਦਾਜ਼ਾ ਹੈ ਕਿ 20,000 ਦੇ ਲਗਭਗ ਸ਼ਾਮ ਤੱਕ ਉਸ ਦਿਨ ਸੰਗਤਾਂ ਸਿੱਖਣ ਉਹਨਾਂ ਨੇ ਅੰਮ੍ਰਿਤ ਛਕ ਲਿਆ ਸੀ। ਚਾਰੇ ਸਾਹਿਬਜ਼ਾਦੇ ਉੱਥੇ ਹਾਜ਼ਰ ਸੀ। ਸੋ ਗੁਰੂ ਸਾਹਿਬ ਦੇ ਸਾਰੇ ਪਰਿਵਾਰ ਨੇ ਅੰਮ੍ਰਿਤਪਾਨ ਕੀਤਾ। ਇਹ ਜ਼ਾਹਰ ਜੇ ਹੋਏ ਤੱਥ। ਹੁਣ ਜਿਹੜੀ ਦੂਜੀ ਗੱਲ ਹੈ ਕਿ ਜਦੋਂ ਗੁਰੂ ਸਾਹਿਬ ਨੇ ਮਤਲਬ ਇਹ ਤਾਂ ਹੁਣ ਆਪਾਂ ਦੇਖ ਲਿਆ ਨਾ, ਇੱਕ ਜੋ ਸਥੂਲ ਦ੍ਰਿਸ਼ ਹੈ ਜਿਹਨੂੰ ਹਰ ਸਥੂਲ ਅੱਖ ਜੋ ਉੱਥੇ ਹਾਜ਼ਰ ਸੀ ਉਹਨੇ ਦੇਖਿਆ, ਕੋਈ ਓਲਾ ਨਹੀਂ ਇਹਦੇ 'ਚ, ਇੰਨੀ ਗੱਲ 'ਚ ਇਹ ਕੁਛ ਵਾਪਰਦਾ ਤਾਂ। ਸੋ ਇਹ ਇੱਕ ਸਥੂਲ ਦ੍ਰਿਸ਼ ਹੈ ਉਸ ਦਿਨ ਦੀ ਘਟਨਾ ਦਾ, ਪਰ ਇੱਕ ਇਹਦਾ ਸੂਖਮ ਪੱਖ ਵੀ ਹੈ ਕਿਉਂਕਿ ਇਹ ਘਟਨਾ ਜੋ ਵਾਪਰੀ ਇਹ ਕੋਈ ਸਧਾਰਨ ਘਟਨਾ ਨਹੀਂ ਸੀ। ਜਦੋਂ ਦੀ ਸ੍ਰਿਸ਼ਟੀ ਰਚੀ ਗਈ ਹੈ ਉਸ ਤੋਂ ਲੈ ਕੇ ਕਦੇ ਵੀ ਇਹੋ ਜਿਹੀ ਘਟਨਾ ਵਾਪਰੀ ਨਹੀਂ ਸੀ। ਤੇ ਜਿੰਨਾ ਚਿਰ ਸ੍ਰਿਸ਼ਟੀ ਰਹਿਣੀ ਹੈ ਉਹ ਮੁੜ ਕੇ ਵੀ ਨਹੀਂ ਵਾਪਰਨੀ। ਮਤਲਬ ਆਮ ਘਟਨਾ ਨਹੀਂ ਸੀ। ਮੇਰਾ ਕਹਿਣ ਤੋਂ ਭਾਵ ਇਹ ਹੈ ਬਹੁਤ ਹੀ ਖਾਸ ਘਟਨਾ, ਅਸਧਾਰਨ ਘਟਨਾ ਜਿਹੜੀ ਪਹਿਲਾਂ ਨਾ ਹੋਈ ਤੇ ਨਾ ਮੁੜ ਕੇ ਹੋਣੀ ਹੈ। ਇਸ ਕਰਕੇ ਜਦੋਂ ਕੋਈ ਇਹੋ ਜਿਹੀ ਗੱਲ ਵਾਪਰਦੀ ਹੈ ਜਿਹੜੀ ਤੁਹਾਡੀ ਕਲਪਨਾ 'ਚ ਬਣੀ, ਤੁਸੀਂ ਸੁਣੀ ਬਣੀ, ਉਹਦਾ ਮਨ 'ਤੇ ਅਸਰ ਕੀ ਹੋਇਆ ਹੋ ਭਲਾ ਸੰਗਤ 'ਤੇ। ਬਸ ਆਹ ਨੁਕਤਾ ਹੈ ਜਿਹਨੂੰ ਬਹੁਤ ਡੂੰਘੇ ਜਾ ਕੇ ਸਮਝਣ ਦੀ ਲੋੜ ਹੈ ਕਿਉਂਕਿ ਮਨੁੱਖੀ ਮਨ ਦਾ ਇੱਕ ਸੁਭਾਅ, ਇੱਕ ਲੱਛਣ ਹੈ ਕਿ ਇਹ ਜਿਗਿਆਸੂ ਹੈ। ਇਹ ਹਰ ਚੀਜ਼ ਦੀ ਘੋਖ ਕਰਦਾ। ਇਹਦੇ 'ਚ ਗੁਣ ਹੈ ਜਾਂ ਔਗਣ ਹੈ ਇਹ ਆਪਾਂ ਬਾਅਦ 'ਚ ਗੱਲ ਕਰਾਂਗੇ, ਪਰ ਇਹ ਘੋਖ ਜ਼ਰੂਰ ਕਰਦਾ। ਤੇ ਜੇ ਘੋਖ ਨਾ ਕਰਦਾ ਹੁੰਦਾ ਤਾਂ ਅੱਜ ਤੱਕ ਅਸੀਂ ਉਸੇ ਪੱਧਰ 'ਤੇ ਰਹਿਣਾ ਸੀ ਜਿੱਥੋਂ ਜੰਗਲਾਂ ਦੇ ਵਿੱਚ ਜਿਵੇਂ ਰਹਿੰਦੇ ਸੀਗੇ ਜਾਨਵਰਾਂ ਦੀ ਲੈਵਲ 'ਤੇ। ਸੋ ਜੇ ਸਮਝ ਵਿਕਸਿਤ ਹੋਈ ਹੈ, ਗਿਆਨ ਰਚਿਆ ਗਿਆ, ਸੱਭਿਆਚਾਰ ਪੈਦਾ ਹੋਏ, ਸੱਭਿਅਤਾਵਾਂ ਪੈਦਾ ਹੋਈਆਂ ਤੇ ਮਨੁੱਖ ਜਾਤੀ ਨੇ ਇੱਥੋਂ ਤੱਕ ਸਫ਼ਰ ਕੀਤਾ, ਇੱਕ ਯਾਤਰਾ ਕੀਤੀ ਹੈ ਇਤਿਹਾਸ ਦੇ ਵਿੱਚ, ਤਾਂ ਉਹਦਾ ਕਾਰਨ ਇਹ ਹੈ ਕਿ ਮਨੁੱਖੀ ਮਨ ਦੀ ਇੱਕ ਖਾਸੀਅਤ ਹੈ ਜਿਹੜੀ ਕਿਸੇ ਜਾਨਵਰ ਜਾਂ ਪੰਛੀ ਨੂੰ ਅਕਾਲ ਪੁਰਖ ਨੇ ਨਹੀਂ ਦਿੱਤੀ। ਉਹ ਤਾਂ ਜੋ ਹੋ ਰਿਹਾ ਹੁੰਦਾ ਬਸ ਉਹਨੂੰ ਦੇਖ ਦੇਖ ਕੇ ਉਹਨੇ ਕੀ ਉਹ ਗਿੱਝ ਚੁੱਕੇ ਹੁੰਦੇ। ਬਸ ਆਪਾਂ ਸਾਰੇ ਪੇਂਡੂ ਬੰਦੇ ਆਪਾਂ ਦੇਖਿਆ ਕਿ ਜਦੋਂ ਡੰਗਰਾਂ ਨੂੰ ਪੱਠੇ ਪਾਉਣ ਵਾਸਤੇ ਆਪਾਂ ਟੋਕਰੇ ਨੂੰ ਹੱਥ ਪਾਉਣੇ ਆ ਜਾਂ ਪੱਲੀ ਚੁੱਕਦੇ ਆ, ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਹੁਣ ਸਾਨੂੰ ਪੱਠੇ ਮਿਲਣੇ, ਕਿਉਂਕਿ ਰੋਜ਼ ਦੇਖ ਕੇ ਬਸ ਇੰਨਾ ਕੁ ਸਿੱਖਿਆ ਹੁੰਦਾ। ਦੁੱਧ ਚੋਣ ਵਾਲੀ ਬਾਲਟੀ ਨੂੰ ਹੱਥ ਪੈਂਦਾ ਤਾਂ ਉਹਨੂੰ ਪਤਾ ਹੈ ਕਿ ਹੁਣ ਉਹ ਸਮਾਂ ਆ ਗਿਆ। ਉਹ ਕਿਉਂਕਿ ਜੋ ਰੋਜ਼ ਵਾਪਰਦਾ, ਬਸ ਮੇਰਾ ਕਹਿਣ ਤੋਂ ਭਾਵ ਹੈ ਕਿ ਉਹ ਇੱਥੋਂ ਤੱਕ ਹੀ ਭਾਵੇਂ ਹੋਰ ਨੂੰ ਵੀ ਜਿਹੜੇ ਬੁੱਝੇ ਨਾ ਜਾ ਸਕਦੇ ਹੋਣ। ਕੁਛ ਵੀ ਅਗਮ ਨਹੀਂ, ਕੁਛ ਵੀ ਅਗੋਚਰ ਨਹੀਂ। ਹੋ ਸਕਦਾ 1000 ਸਾਲ ਲੱਗ ਜੇ ਬੰਦੇ ਨੂੰ, ਪਰ ਕਿਤੇ ਨਾ ਕਿਤੇ ਜਾ ਕੇ ਭੇਤ ਪਾ ਲੂ। ਅੱਗੇ ਵੀ ਪਾਈ ਹੈ। ਚੰਦ ਦਾ ਕਿਹਨੂੰ ਪਤਾ ਸੀ, ਸੂਰਜ ਦਾ ਕਿਹਨੂੰ ਪਤਾ ਸੀ, ਗ੍ਰਹਿਆਂ ਦਾ ਕਿਹਨੂੰ ਪਤਾ ਸੀ ਵੀ ਜੇ ਉਹ ਉੱਥੋਂ ਤੱਕ ਜਾ ਪਹੁੰਚਿਆ ਤਾਂ ਇਹ ਗਾਹਾਂ ਵੀ ਪਹੁੰਚੂ। ਇਹ ਯਕੀਨ ਹੈ ਇਹਨਾਂ ਦਾ। ਜਿਹੜਾ ਆਧੁਨਿਕ ਗਿਆਨ ਹੈ ਉਹਦੀ ਬੁਨਿਆਦ ਇੱਥੇ ਖੜੀ ਹੈ। ਉਹਦੇ ਵਾਸਤੇ ਕੁਛ ਵੀ ਅਬੁੱਝ ਨਹੀਂ। ਨੋਏਬਲ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਵੀ ਹਰ ਚੀਜ਼ ਜਾਣੀ ਜਾ ਸਕਦੀ ਹੈ, ਸਮਾਂ ਲੱਗ ਸਕਦਾ।
ਸੋ ਇਸ ਕਰਕੇ ਉਹ ਤੋਂ ਵਰਕਾ ਪਾੜ ਕੇ ਤੁਰਦੇ। ਸੋ ਉਹ ਫਿਰ ਉਸ ਘਟਨਾ ਦੀ ਇੱਕ ਵਿਆਖਿਆ ਸਿਰਜਦੇ ਨੇ, ਇਹ ਉਹਨਾਂ ਦੀ ਲੋੜ ਹੈ। ਉਹ ਵਿਆਖਿਆ ਆਪਦੀ ਕਲਪਨਾ ਦੇ ਜ਼ੋਰ ਨਾਲ, ਆਪਦੀ ਅਕਲ ਦੇ ਜ਼ੋਰ ਨਾਲ ਕਰਦੇ। ਕਲਪਨਾ ਕੀ ਹੈ? ਆਪਦੀ ਅਕਲ ਹੀ ਹੈ ਨਾ ਤੁਹਾਡੀ, ਵੀ ਐਂ ਲੱਗਦਾ ਮੈਨੂੰ, ਆਪਾਂ ਅੰਦਾਜ਼ੇ ਲਾਉਣੇ ਆ। ਸੋ ਉਹ ਉੱਥੇ ਉੱਥੇ ਮਨੁੱਖੀ ਅਕਲ ਹੈ, ਕਿਸੇ ਬਖਸ਼ਿਸ਼ ਤੇ ਟੇਕ ਨਹੀਂ, ਆਪਦੀ ਬੁੱਧੀ ਤੇ ਟੇਕ ਹੈ। ਉਹ ਅੰਦਾਜ਼ੇ ਲੱਗੇ ਆ ਉਸ ਘਟਨਾ ਬਾਰੇ ਕਿ ਕੀ ਹੋਇਆ। ਫਿਰ ਉਹ ਇਹ ਵੀ ਨਹੀਂ ਕਹਿੰਦੇ ਕੀ ਹੋਇਆ ਹੋਵੇਗਾ, ਕਿਉਂਕਿ ਇਹ ਜਿਹੜਾ ਮਾਡਰਨ ਆਧੁਨਿਕ ਗਿਆਨ ਹੈ ਉਹਦੇ 'ਚ ਇਹ ਗੱਲ ਜਿਹੜੀ ਹੈ ਨਾ, ਆਪਦੇ ਆਪ ਤੇ ਐਡਾ ਵਿਸ਼ਵਾਸ ਤੇ ਯਕੀਨ ਹੈ, ਉਹ ਗੱਲ ਜਿਹੜੀ ਵੀ ਕਰਦੇ ਨੇ ਦਾਅਵੇ ਨਾਲ ਹੀ ਕਰਦੇ। ਸੋ ਇਹਦੇ ਵਿੱਚੋਂ ਫਿਰ ਇਤਿਹਾਸ ਦੇ ਉਹ ਸਾਰੀਆਂ ਵਰਣਨ ਆ ਗਏ, ਕੁਛ ਪੁਰਾਤਨ ਲਿਖਤਾਂ 'ਚ ਆ ਗਏ ਤੇ ਕੁਛ ਅੱਜ ਦੀਆਂ ਜਿਹੜੀਆਂ ਆਧੁਨਿਕ ਲਿਖਤਾਂ ਉਹਦੇ ਵਿੱਚ ਆ ਗਏ। ਹੁਣ ਪੁਰਾਤਨ ਲਿਖਤਾਂ ਦਾ ਤੇ ਅੱਜ ਦੀਆਂ ਲਿਖਤਾਂ 'ਚ ਫਿਰ ਵੀ ਇੱਕ ਫਰਕ ਹੈ। ਪੁਰਾਤਨ ਲਿਖਤਾਂ 'ਚ ਸਾਰਿਆਂ ਨੇ ਇਹ ਗੱਲ ਮੰਨੀ ਹੈ ਕਿ ਉਸ ਦਿਨ ਕੋਈ ਕੌਤਕ ਹੀ ਵਰਤਿਆ ਸੀ, ਕਿਸੇ ਨੂੰ ਕਿਸੇ ਨੂੰ ਪਹਿਲਾਂ ਅੰਦਾਜ਼ਾ ਨਹੀਂ ਸੀ। ਜੋ ਹੋ ਗਿਆ ਉੱਥੋਂ ਤੱਕ ਵੀ ਕਿਸੇ ਦੀ ਦ੍ਰਿਸ਼ਟੀ ਜਾਂ ਅਕਲ ਨਹੀਂ ਜਾ ਸਕਦੀ, ਅੰਦਾਜ਼ੇ ਲੱਗ ਸਕਦੇ। ਸੋ ਉਹਨਾਂ ਨੂੰ ਆਪਦੇ ਅੰਦਾਜ਼ਿਆਂ ਦੀ ਸੀਮਾ ਬਾਰੇ ਵੀ ਅਹਿਸਾਸ ਹੈਗਾ। ਅੰਦਾਜ਼ੇ ਆਪਾਂ ਵੀ ਲਾਉਣੇ ਆ, ਅੰਦਾਜ਼ੇ ਥੋੜੀ ਲੋੜ ਬਣ ਜਾਂਦੀ ਹੈ, ਪਰ ਤੁਹਾਨੂੰ ਉਹਦੀ ਸੀਮਾ ਦਾ ਪਤਾ ਹੈ ਕਿ ਨਹੀਂ। ਸਿੱਖ ਵਾਸਤੇ ਇੱਕ ਅੰਦਾਜ਼ਾ ਲਾਉਣਾ ਵਰਜਿਤ ਹੈ ਕਿ ਗੁਰੂ ਦੇ ਮਨ ਨੂੰ ਤੁਸੀਂ ਬੁੱਝਣ ਦਾ ਕੋਸ਼ਿਸ਼ ਕਰੋ ਕਿ ਗੁਰੂ ਨੇ ਆਹ ਸੋਚ ਕੇ ਕੀਤਾ ਹੋ, ਇਹਦੀ ਮਨਾਹੀ, ਕਿਉਂਕਿ ਤੁਸੀਂ ਗੁਰੂ ਦਾ ਨੁਕਸਾਨ ਕਰੋਗੇ। ਉਹਦੀ ਜੋ ਸੋਹਜ ਹੈ, ਉਹਦੀ ਜੋ ਅਜ਼ਮਤ ਹੈ, ਉਹਨੂੰ ਢਾਹ ਲੱਗੂ। ਬੜੀ ਕੱਚੀ ਵਿਆਖਿਆ ਹੋ, ਤੁਹਾਡੀ ਬੁੱਧੀ ਉੱਥੋਂ ਤੱਕ ਨਹੀਂ ਜਾ ਸਕਦੀ। ਸੋ ਉੱਥੇ ਆਪਦੀ ਅਸਮਰੱਥਾ ਹੀ ਜ਼ਾਹਰ ਕਰ ਦਿਓ ਬਸ। ਪੁਰਾਤਨ ਸਿੰਘਾਂ ਦੇ ਮੂੰਹੋਂ ਇਹ ਨਿਕਲਦੀ ਸੀ, ਅੱਜ ਵੀ ਜਿਨ੍ਹਾਂ ਦਾ ਵਿਸ਼ਵਾਸ ਉਹਨਾਂ ਦੇ ਮੂੰਹੋਂ ਨਿਕਲਦਾ ਕਿ ਗੁਰੂ ਦੀਆਂ ਗੁਰੂ ਹੀ ਜਾਣ, ਬਸ ਗੱਲ ਨਿਬੜ ਜਾਂਦੀ ਹੈ। ਇੱਥੋਂ ਕੁ ਤੱਕ ਅਸੀਂ ਸੋਚ ਸਕਦੇ ਹਾਂ। ਇਦੋਂ ਹੁਣ ਜਿਵੇਂ ਇਹ ਹੈ ਵੀ ਸੀਸ ਕਿਉਂ ਮੰਗੇ, ਕੀ ਲੋੜ ਪੈ ਗਈ ਸੀ। ਜਿਹੜਾ ਅੱਜ ਦਾ ਗਿਆਨ ਹੈ ਨਾ, ਉਹ ਤਾਂ ਤੁਰਦਾ ਹੀ ਇੱਥੋਂ ਵੀ ਹਰ ਚੀਜ਼ ਦਾ ਕੋਈ ਕਾਰਨ ਹੈ, ਉਹ ਕਿਸੇ ਲੋੜ 'ਚੋਂ ਪੈਦਾ ਹੁੰਦੀ ਹੈ ਚੀਜ਼, ਐਵੇਂ ਨਹੀਂ ਕੋਈ ਫੁਰਨਾ ਫੁਰਤਾ। ਉਹ ਕਾਰਨ ਦਾ ਫਿਰ ਗਾਂ ਸਿੱਟਾ ਨਿਕਲਦਾ, ਉਹ ਤਾਂ ਕਾਰਨਾਂ 'ਚ ਜਾਂਦਾ। ਇਸੇ ਕਰਕੇ ਇਸ ਘਟਨਾ ਦਾ ਵੀ ਉਹਨਾਂ ਨੇ ਉਹ ਇੱਕ ਵਿਆਖਿਆ ਸਿਰਜ ਲਈ। ਸੋ ਇੱਥੇ ਆ ਕੇ ਜਿਹੜੀ ਵਿਸ਼ਵਾਸ ਦੀ ਤੇ ਤਰਕ ਦੇ ਵਿੱਚ ਇੱਕ ਪਾੜਾ ਪੈ ਜਾਂਦਾ। ਸੋ ਇਸ ਤਰਕ ਨੇ ਸਾਡਾ ਕੀ ਨੁਕਸਾਨ ਕੀਤਾ, ਕੀ ਕਰ ਰਿਹਾ ਤੇ ਅੱਗੇ ਹੋਰ ਕੀ ਕਰਨਾ ਹੈ, ਉਹਦਾ ਅੰਦਾਜ਼ਾ ਲਾਉਣਾ ਔਖਾ ਨਹੀਂ। ਕਿ ਜਿਹੜਾ ਗੁਰੂ ਦਾ ਸੋਹਜ ਸਾਡੇ ਮਨਾਂ 'ਚ ਬਣਿਆ ਹੋਇਆ ਨਾ, ਇੱਕ ਦੈਵੀ, ਉਹਦੀ ਜੋ ਇਲਾਹੀ ਜੀਨਤ ਹੈ ਉਹ ਨਹੀਂ ਰਹਿੰਦੀ। ਫਿਰ ਉਹਨੂੰ ਮਨੁੱਖੀ ਧਰਾਤਲ 'ਤੇ ਲੈ ਕੇ ਆਉਂਦੇ ਵੀ ਉਹ ਵੀ ਮਨੁੱਖੀ ਸੀ, ਪਰ ਉਹਨਾਂ 'ਚ ਗੁਣ ਬਹੁਤ ਵੱਡੇ ਸੀ। ਜਦੋਂ ਕਿ ਸਿੱਖ ਦਾ ਇਹ ਯਕੀਨ ਹੈ ਕਿ ਗੁਰੂ ਮਨੁੱਖ ਨਹੀਂ ਸੀ, ਉਹ ਆਪ ਪਰਮੇਸ਼ਰ ਪ੍ਰਗਟ ਹੋਇਆ ਸੀ, ਹੋਇਆ ਮਨੁੱਖੀ ਜਾਮੇ ਸੀ। ਇੱਥੋਂ ਕੁ ਤੱਕ ਹੀ ਮਨੁੱਖ ਸੀ ਬਸ, ਕਿ ਜਾਮਾ ਮਨੁੱਖੀ ਸੀ। ਬਾਕੀ ਉਹਨਾਂ ਨੇ ਜੋ ਕੌਤਕ ਵਰਤਾਏ ਉਹ ਕਿਸੇ ਵੀ ਮਨੁੱਖ ਦੇ ਵੱਸ ਦੀ ਗੱਲ ਨਹੀਂ। ਹੁਣ ਇਸ ਮਾਮਲੇ ਦੇ ਵਿੱਚ ਪੁਰਾਤਨ ਸਾਹਿਤ ਦੇ ਵਿੱਚ ਵੀ ਇਹੋ ਜਿਹੀ ਕੁਤਾਹੀ ਹੋਈ। ਉਸ ਘਟਨਾ ਨੂੰ ਝੂਠੀ ਰੰਗਤ ਦੇ ਕੇ ਜਾਂ ਝੂਠੀ ਵਿਆਖਿਆ ਸਿਰਜ ਕੇ ਕੁਛ ਤੁਹਾਡੇ ਬੰਦਿਆਂ ਦੀ ਸੋਚ ਨੂੰ ਗੰਧਲਾ ਕੀਤਾ ਉਹਨੇ।
ਅੱਜ ਦੇ ਜਿਹੜੇ ਆਧੁਨਿਕ ਗਿਆਨਵਾਦੀ ਹੈ ਉਹਨਾਂ ਨੇ ਜ਼ਿਆਦਾ। ਪਰ ਇੱਕ ਵਰਗ ਵਿਦਵਾਨਾਂ ਦੇ ਵਿੱਚ ਫਿਰ ਵੀ ਹੈਗਾ ਜਿਹਨੂੰ ਆਪਦੀ ਸੀਮਾ ਦਾ ਵੀ ਪਤਾ ਹੈ, ਪਰ ਫਿਰ ਵੀ ਇੱਕ ਆਪਦੀ ਕਲਪਨਾ ਦੇ ਆਸਰੇ ਮਨ 'ਚ ਗੁਰੂ ਦਾ ਉਹੀ ਵੱਡਾ ਅਕਸ ਤੇ ਬਿੰਬ ਰੱਖ ਕੇ ਕਿ ਜੇ ਗੁਰੂ ਬਾਰੇ ਵੀ ਅੰਦਾਜ਼ਾ ਲਾਉਣਾ ਹੈ ਤਾਂ ਤੁਸੀਂ ਪਹਿਲਾਂ ਗੁਰੂ ਦੀ ਅਜ਼ਮਤ ਨੂੰ ਸਮਝੋ। ਸੋ ਅੰਦਾਜ਼ੇ ਉਹਨਾਂ ਨੇ ਵੀ ਲਾਏ। ਹੁਣ ਉਹਦੀਆਂ ਮੈਂ ਤੁਹਾਨੂੰ 2 ਉਦਾਹਰਨਾਂ ਦਿੰਦਾ ਇੱਥੇ। ਇੱਕ ਤਾਂ ਇਹ ਕਿ ਕੁਛ ਵਿਦਵਾਨਾਂ ਨੇ ਜਿਹੜੇ ਤਰਕਵਾਦੀ ਹੈ ਉਹਨਾਂ ਨੇ ਇਹ ਅੰਦਾਜ਼ੇ ਲਾਏ ਨੇ ਵੀ ਇਹ ਕਿਵੇਂ ਹੋ ਗਿਆ ਵੀ ਜਦੋਂ ਇੱਕ ਸੀਸ ਮੰਗਿਆ ਇੱਕੋ ਹੀ ਖੜਾ ਹੋਇਆ ਹੋਵੇ ਐਟ ਏ ਟਾਈਮ 15 20 25 50 100 ਕਿਉਂ ਨਾ ਖੜਾ ਹੋ ਗਿਆ। ਇਹ ਅੰਦਾਜ਼ਾ ਇਹਦੀ ਉਹਨੇ ਫਿਰ ਵਿਆਖਿਆ ਕਿਉਂਕਿ ਇਹਦਾ ਕੋਈ ਜਵਾਬ ਤਾਂ ਚਾਹੀਦਾ ਉਹਨਾਂ ਕੋਲ, ਨਹੀਂ ਉਹਨਾਂ ਦਾ ਘਰ ਨਹੀਂ ਪੂਰਾ ਹੁੰਦਾ। ਪਰ ਤੁਸੀਂ ਸੱਚ ਜਾਣਿਓ, ਤੁਹਾਨੂੰ ਪਤਾ ਹੋਵੇ ਨਾ ਹੋਵੇ, ਇਹ ਮੇਰੇ ਨਾਲ ਕਈ ਬੰਦਿਆਂ ਨੇ ਇਹ ਬਹਿਸਾਂ ਕੀਤੀਆਂ ਵੀ ਇਹ ਸਭ ਕੁਝ ਪਹਿਲਾਂ ਮਿਥ ਕੀ ਹੋਇਆ, ਕੋਈ ਨਾ ਕੋਈ ਸੈੱਲ ਇਹੋ ਜਿਹਾ ਹੋਊ। ਕਿਉਂਕਿ ਅੱਜ ਤਾਂ ਉਹ ਆਈ ਦੇਖਦੇ ਨੇ ਨਾ ਆ ਥਿੰਕ ਟੈਂਕ ਤੇ ਫਲਾਨਾ ਵੀ ਗੱਲਾਂ ਪਹਿਲਾਂ ਕਿਤੇ ਤੈਅ ਹੁੰਦੀਆਂ ਫਿਰ ਉਹ ਲੋਕਾਂ 'ਚ ਆਉਂਦੀਆਂ ਵੀ ਕੋਈ ਨਾ ਕੋਈ ਇਹੋ ਜਿਹਾ ਹੋਣਾ। ਕੋਈ ਗੁਰੂ ਸਾਹਿਬ ਦੇ ਮਾਮਾ ਕਿਰਪਾਲ ਦਾ ਨਾਂ ਦੇ ਦਿੰਦਾ, ਕੋਈ ਹੋਰ ਦਾ ਲੈ ਲੈਂਦਾ ਵੀ ਇਹ ਪਹਿਲਾਂ ਮਿਥਿਆ ਹੋਣਾ ਵੀ ਆਪਾਂ ਇਸ ਤਰ੍ਹਾਂ ਕਰਾਂਗੇ, ਪਹਿਲਾਂ ਇਹਨੇ ਖੜਾ ਹੋਣਾ ਫਿਰ ਉਹਨੇ ਹੋਣਾ ਫਿਰ ਉਹਨੇ ਹੋਣਾ, ਜਿਹਦਾ ਮਤਲਬ ਇਹ ਕਹਿਣਾ ਕਿ ਗੁਰੂ ਨੇ ਇੱਕ ਨਾਟਕ ਰਚਿਆ। ਹੁਣ ਤੁਸੀਂ ਸੋਚੋ ਵੀ ਜੇ ਗੁਰੂ ਵੀ ਨਾਟਕ ਕਰਦਾ ਅਸੀਂ ਇਹ ਤੱਥ ਪ੍ਰਵਾਨ ਕਰ ਲਈਏ ਜਾਂ ਇਹ ਗੱਲਾਂ ਲੋਕਾਂ ਦੇ ਮਨਾਂ 'ਚ ਘਰ ਘਰ ਜਾਣ ਤੇ ਗੁਰੂ ਦੀ ਵਿੜੱਤਣ ਕੀ ਰਹੇਗੀ। ਮੈਂ ਤਾਂ ਕਹਿਣਾ ਵੀ ਅੱਜ ਮੈਨੂੰ ਕਿਉਂ ਲੋੜ ਲੱਗੀ ਸੀ, ਗੱਲਾਂ ਦਾ ਤਾਂ ਸਾਰਿਆਂ ਨੂੰ ਪਤਾ ਹੈ, ਕੋਈ ਤਰੀਖ ਦਾ ਰੌਲਾ ਨਹੀਂ, ਕੋਈ ਸੰਨ ਦਾ ਰੌਲਾ ਨਹੀਂ, ਉੱਥੇ ਜੋ ਵਾਪਰਿਆ ਉਹਦੇ ਬਾਰੇ ਵੀ ਪਤਾ ਹੈ ਵੀ ਗੱਲ ਕਰਨ ਦੀ ਕੀ ਲੋੜ ਹੈ। ਇਹ ਲੋੜ ਹੈ, ਇੱਕ ਵਾਰ ਨਹੀਂ ਬਾਰ-ਬਾਰ ਲੋੜ ਹੈ, ਕਿਉਂਕਿ ਇਸਨੇ ਨੁਕਸਾਨ ਸਾਡਾ ਬਹੁਤ ਕਰਤਾ। ਸਿੱਖ ਸੱਤ ਵਚਨ ਕਹਿਣਾ ਭੁੱਲ ਗਿਆ, ਹਰ ਗੱਲ ਤੇ ਸਵਾਲ ਤੇ ਸ਼ੰਕਾ, ਇਹਨੂੰ ਵਿੜੱਤਣ ਸਮਝਿਆ ਜਾਂਦਾ ਅੱਜ ਦੇ ਯੁੱਗ 'ਚ। ਸਾਨੂੰ ਵੀ ਪਤਾ ਹੈ ਸਵਾਲ ਉੱਠਣੇ ਚਾਹੀਦੇ ਨੇ, ਪਰ ਇੱਕ ਮਰਿਆਦਾ ਹੈ ਕਿ ਕਿਹੜੇ ਮਸਲਿਆਂ 'ਚ ਸਵਾਲ ਉੱਠਣੇ ਚਾਹੀਦੇ ਨੇ, ਕਿਹੜਿਆਂ 'ਚ ਨਹੀਂ ਉੱਠਣੇ ਚਾਹੀਦੇ। ਹੁਣ ਅਸੀਂ ਜਦੋਂ ਕਾਲਜਾਂ 'ਚ ਪੜ੍ਹਦੇ ਸੀ, ਅਸੀਂ ਕਿਹੜਾ ਨਹੀਂ ਟੀਚਰਸ ਤੋਂ ਸਵਾਲ ਪੁੱਛਦੇ ਸੀ। ਉਹ ਗਿਆਨ ਤਾਂ ਐਂ ਹਾਸਲ ਹੋਣਾ ਨਾ, ਤੁਸੀਂ ਸਾਰੀਆਂ ਗੁੰਝਲਾਂ ਸਾਰੇ ਸਵਾਲ ਉਹਨਾਂ ਨੂੰ ਤੁਸੀਂ ਸਮਝਣ ਦਾ ਯਤਨ ਕਰੋਗੇ, ਪੁੱਛੋਗੇ, ਹਰ ਜਵਾਬ ਤੇ ਜਿਹੜਾ ਕਰੋਗੇ। ਉਹ ਗੱਲਾਂ ਦੁਨਿਆਵੀ ਖੇਤਰ ਦੀਆਂ ਨੇ। ਸੋ ਦੁਨਿਆਵੀ ਤੇ ਦੈਵੀ 'ਚ ਫਰਕ ਨਾ ਸਮਝਣਾ, ਇਹ ਵੱਡੀ ਗੜਬੜ ਕਰਤੀ। ਸੋ ਗੁਰੂ ਸਾਹਿਬ ਦਾ ਜੋ ਉਹਨਾਂ ਨੇ ਨੁਕਸਾਨ ਕੀਤਾ, ਉਹਨਾਂ ਨੂੰ ਦੈਵੀ ਤੋਂ ਦੁਨਿਆਵੀ ਬਣਾਤਾ, ਗੁਰੂ ਤੋਂ ਮਨੁੱਖ ਦੇ ਪੱਧਰ ਤੱਕ ਲਿਆਏ ਵੀ ਇਸ ਤਰ੍ਹਾਂ ਹੋਇਆ ਹੋਣਾ। ਹਾਂ, ਜਿਹੜੀ ਮੈਂ ਪਹਿਲਾਂ ਗੱਲ ਕੀਤੀ ਸੀ, ਇੱਕ ਵਰਗ ਹੈ ਵਿਦਵਾਨਾਂ ਦਾ ਜਿਨ੍ਹਾਂ ਨੂੰ ਸਾਰੀ ਆਧੁਨਿਕ ਗਿਆਨ ਵੀ ਹੈ, ਪਰ ਕਿਤੇ ਗੁਰੂ ਦੀ ਵਿੜੱਤਣ ਦਾ ਅਹਿਸਾਸ ਵੀ ਹੈ, ਮਨ 'ਚ ਦਿਲ 'ਚ ਹੈ। ਸੋ ਉਹ ਅੰਦਾਜ਼ਾ ਲਾਉਣ ਵੇਲੇ ਥੋੜ੍ਹਾ ਖਿਆਲ ਰੱਖ। ਮੈਂ ਹੁਣ ਉੱਥੇ ਇਸ ਰੂਪ 'ਚ ਮੈਂ ਤੁਹਾਡੇ ਨਾਲ ਨਾ 2 ਵਿਦਵਾਨਾਂ ਦਾ ਹਵਾਲਾ ਦੇ, ਜਿਹੜੇ ਤਾਂ ਹੈਗੇ ਤਰਕਵਾਦੀ, ਉਹਨਾਂ 'ਚ ਤਾਂ ਆ ਜਾਂਦੇ ਨੇ। ਸੁਰਜੀਤ ਪਾਤਰ ਹੋਇਆ, ਜਿਹੜੇ ਅੱਜ ਦੇ ਬੜੇ ਕਵੀ ਹੈਗੇ, ਉਹਨਾਂ ਨੇ ਵੀ ਕਵਿਤਾਵਾਂ ਲਿਖੀਆਂ ਖਾਲਸੇ ਦੀ ਸਾਜਨਾ ਬਾਰੇ। ਉਹਨਾਂ ਨੇ ਉਹਨੂੰ ਇੱਕ ਤਰਕਵਾਦੀ ਦ੍ਰਿਸ਼ਟੀ ਤੋਂ ਪੇਸ਼ ਕੀਤਾ ਹੈ।
पर ਜਿਹੜੇ ਤਰਕਵਾਦ ਤੋਂ ਪਾਸੇ ਹਟ ਕੇ ਜਿਨ੍ਹਾਂ ਨੇ ਉਹ ਸੰਗਤ ਦੀ ਮਨੋ ਅਵਸਥਾ ਨੂੰ ਸਮਝਣ ਦਾ ਯਤਨ ਕੀਤਾ ਹੈ ਕਿ ਉਹ ਸੰਗਤ ਦੇ ਵਿੱਚ ਕਿਸ ਕਿਸਮ ਦਾ ਰਿਸਪੌਂਸ ਹੋਇਆ ਹੋਣਾ। ਜਦੋਂ ਗੁਰੂ ਸਾਹਿਬ ਨੇ ਸਿੱਧੇ ਆ ਕੇ ਸੀਸ ਮੰਗ ਲਿਆ, ਉਹਦੇ ਵਿੱਚ ਦੋ ਬੰਦਿਆਂ ਦਾ ਮੈਂ ਤੁਹਾਨੂੰ ਵਿਦਵਾਨਾਂ ਦਾ ਇੱਥੇ ਹਵਾਲਾ ਦੇਣਾ। ਇੱਕ ਦਿੱਲੀ ਵਾਲੇ ਡਾਕਟਰ ਹਰਭਜਨ ਸਿੰਘ, ਬਹੁਤ ਵੱਡੇ ਕਵੀ ਵੀ ਸੀ, ਉਹਨਾਂ ਨੇ ਬਹੁਤ ਡੂੰਘੀ ਕਵਿਤਾ ਵੀ ਲਿਖੀ ਹੈ, ਚੰਗੀ ਕਵਿਤਾ ਵੀ ਲਿਖੀ ਹੈ ਤੇ ਗਲਪ ਵੀ ਲਿਖਿਆ, ਵਾਰਤਕ ਵੀ ਲਿਖੀ ਹੈ ਤੇ ਗੁਰੂ 'ਚ ਅਡੋਲ ਨੇਚਾ ਵਾਲੇ ਸੀਗੇ ਆਧੁਨਿਕ ਗਿਆਨ ਦੇ ਬਾਵਜੂਦ। ਉਹਨਾਂ ਨੇ ਇੱਕ ਕਵਿਤਾ ਹੈ ਉਹਨਾਂ ਦੀ ਜਿਹਦੇ ਵਿੱਚ ਇਹ ਹੈ ਕਿ ਜਦੋਂ ਸੀਸ ਮੰਗਿਆ ਪਹਿਲਾ ਤੇ ਇੱਕ ਖੜਾ ਹੋਇਆ, ਗੁਰੂ ਸਾਹਿਬ ਉਹਨੂੰ ਲੈ ਗਏ, ਫਿਰ ਦੂਜਾ, ਤੀਜਾ, ਚੌਥਾ, ਪੰਜਵਾਂ, ਫਿਰ ਸਾਰਿਆਂ ਨੂੰ ਵਾਪਸ ਲਿਆ ਕੇ ਇੰਨਾ ਪਿਆਰ ਦਿੱਤਾ ਤਾਂ ਪਹਿਲੇ ਸਿਰ ਜਿਹਨੇ ਪੇਸ਼ ਕੀਤਾ, ਜਿਹੜਾ ਉਹਦੇ ਨਾਲ ਬੈਠਾ ਸੀ, ਉਹਦੇ ਮਨ 'ਚ ਇੱਕ ਪਛਤਾਵਾ ਜਾਗ ਗਿਆ। ਕਹਿੰਦਾ ਜੀ ਇੰਨੀ ਕੀ ਖੇਡ ਸੀ, ਮੈਂ ਕਿਉਂ ਨਾ ਉੱਠਿਆ। ਪਛਤਾਵਾ ਵੀ ਜੇ ਐਡੀ ਗੱਲ ਹੀ ਸੀ ਤੇ ਮੈਂ ਐਵੇਂ ਹੀ ਡਰ ਕੇ ਬੈਠਾ ਰਿਹਾ। ਪਰ ਉਹਨੇ ਉਸ ਕਵਿਤਾ 'ਚ ਉਹਦਾ ਜਵਾਬ ਵੀ ਦਿੱਤਾ। ਫਿਰ ਉਹੀ ਸਿੱਖ ਕਹਿੰਦਾ ਨਹੀਂ, ਉੱਠਿਆ ਉਹੀ ਜਿਹਦੇ ਸੀਸ ਸੀ, ਮੇਰੇ ਕੋਲ ਸਿਰ ਸੀ, ਸੀਸ ਨਹੀਂ ਸੀ। ਤੇ ਜਿਹੜਾ ਇਹ ਹੈ ਕਿ ਜੇ ਪਹਿਲਾਂ ਪਤਾ ਹੁੰਦਾ ਫਿਰ ਮੈਂ ਵੀ ਕਰ ਲੈਂਦਾ, ਇਹ ਤਾਂ ਖੋਟ ਹੈ। ਤੇ ਇੱਥੇ ਤਾਂ ਖੋਟ ਚੱਲਣਾ ਹੀ ਨਹੀਂ। ਇਹੀ ਇਹਦੀ ਵਿਸ਼ੇਸ਼ਤਾ ਗੁਰੂ ਦੇ ਘਰ ਦੀ। ਇੱਥੇ ਤਾਂ ਖਰਾ ਹੀ ਚੱਲੂ, ਇੱਥੇ ਖੋਟਾ। ਮਤਲਬ ਉਹਨੇ ਸਵਾਲ ਵੀ ਖੜਾ ਕਰਤਾ ਤੇ ਨਾਲ ਉਹਦਾ ਜਵਾਬ ਵੀ ਦਿੱਤਾ। ਆਪਣਾ ਇੱਕ ਦੂਰ ਤੱਕ ਗਈ, ਪਰ ਕਲਪਨਾ 'ਚੋਂ ਉਹ ਪਛਤਾਵੇ 'ਤੇ ਆ ਗਿਆ ਕਿ ਕੁਛ ਨੂੰ ਪਛਤਾਵਾ ਹੋਇਆ ਹੋਣਾ। ਹੁਣ ਮੈਂ ਦੂਜੇ ਕਵੀ ਦਾ ਜ਼ਿਕਰ ਕਰਦਾ, ਵਿਦਵਾਨ ਦਾ। ਉਹ ਹੈ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ। ਉਹ ਹੁਣ ਸਾਡੇ ਵਿੱਚ ਨਹੀਂ ਰਹੇ, ਪਰ ਉਹਨਾਂ ਨੇ ਸਾਰੀ ਘਟਨਾ ਦਾ ਇੱਕ ਪੂਰਾ ਵਰਣਨ, ਬਿਰਤਾਂਤ ਆਪਦੇ ਵੱਲ ਉਹਨਾਂ ਨੇ ਵੀ ਲਿਖਿਆ। ਉਹਨਾਂ ਨੇ ਬਹੁਤ ਦਾਅਵੇ ਨਾਲ ਇਹ ਕਿਹਾ ਵੀ ਉੱਥੇ ਪਛਤਾਵੇ ਦਾ ਤਾਂ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ, ਉੱਥੇ ਡਰ ਦਾ ਕੋਈ ਸਵਾਲ ਪੈਦਾ ਨਹੀਂ ਸੀ ਹੁੰਦਾ, ਉੱਥੇ ਘਬਰਾਹਟ ਦਾ ਕੋਈ ਸਵਾਲ ਪੈਦਾ ਨਹੀਂ ਸੀ ਹੁੰਦਾ, ਉੱਥੇ ਕੋਈ ਡਰ ਕੇ ਭੱਜ ਗਿਆ ਹੋਵੇ, ਨੱਸ ਗਿਆ ਹੋਵੇ, ਇਹ ਤਾਂ ਬਰਕਾ ਹੀ ਪਾੜ ਦਿਓ। ਇਹਦੇ ਉਹਨੇ ਜਵਾਬ ਵੀ ਦਿੱਤੇ ਆ ਵੀ ਕਿਉਂ, ਉਹ ਸੰਗਤ ਕੀ ਸੀ। ਕਿਉਂਕਿ ਜਿਹੜੀ ਸਾਥੋਂ ਉਕਾਈ ਹੁੰਦੀ ਹੈ ਉਹ ਸੰਗਤ ਕੋਈ ਐਵੇਂ ਜੁੜੀ ਹੋਈ ਭੀੜ ਥੋੜ੍ਹਾ ਸੀ। 9 ਪਾਤਸ਼ਾਹੀਆਂ ਨੇ ਪਹਿਲਾਂ ਜੋ ਧਰਤੀ ਤਿਆਰ ਕਰ ਚੁੱਕੇ ਸੀ, ਜ਼ਮੀਨ, ਉਹ ਉਹਦੀ ਫਸਲ ਸੀ। ਉਹ ਐਵੇਂ ਉੱਠ ਕੇ ਕਿਤੋਂ ਨਹੀਂ ਸੀ ਆ ਗਏ। ਤੇ ਜੇ ਉਹਨਾਂ 'ਚ ਵੀ ਘਬਰਾਹਟ ਫੈਲ ਗਈ, ਉਹ ਵੀ ਪਛਤਾਉਣ ਲੱਗ ਗਏ ਵੀ ਜੇ ਆਹੀ ਗੱਲ ਸੀ, ਜਾਂ ਉਹਨਾਂ ਨੂੰ ਵੀ ਡਰ ਲੱਗਣ ਲੱਗ ਗਿਆ, ਫਿਰ ਸੋਚੋ ਜਰਾ 9 ਪਾਤਸ਼ਾਹੀਆਂ ਦੀ ਕਮਾਈ, ਉਹਦਾ ਕੀ ਬਣਿਆ। ਇਹ ਤਾਂ ਉਹਨੂੰ ਛੁਟਿਆਉਣ ਵਾਲੀ ਗੱਲ ਹੈ। ਇਹ ਬੜੀ ਡੂੰਘੀ ਗੱਲ ਹੈ ਕਿ ਕੋਈ ਵੀ ਗੱਲ ਸੋਚਣ ਤੇ ਕਹਿਣ ਤੋਂ ਪਹਿਲਾਂ ਉਹਦੀ ਗੰਭੀਰਤਾ 'ਚ ਜਾਓ। ਸੋ ਇਹ ਗੱਲ ਬਿਲਕੁਲ ਠੀਕ ਹੈ ਕਿ ਉਹ ਸੰਗਤ ਆਮ ਸੰਗਤ ਨਹੀਂ ਸੀ। ਉਹ ਸਟੇਜਾਂ ਤਾਂ ਉਹ ਸਾਰੇ ਹੀ ਪਾਰ ਕਰ ਚੁੱਕੇ ਸੀ। ਮਨ 'ਚ ਕੋਈ ਸ਼ੰਕੇ ਨਹੀਂ ਸੀ ਰਹਿ ਗਏ, ਮਨ 'ਚ ਡਰ ਕੋਈ ਨਹੀਂ ਸੀ ਰਹਿ ਗਿਆ, ਪਛਤਾਉਣ ਦੀ ਵਜ੍ਹਾ ਹੀ ਕੋਈ ਨਹੀਂ ਸੀ ਰਹਿ ਗਈ, ਤੇ ਘਬਰਾਹਟ ਵਾਲੀ ਤਾਂ ਗੱਲ ਹੀ ਕੋਈ ਨਹੀਂ ਸੀ। ਪਰ ਇੱਕ ਗੱਲ ਜ਼ਰੂਰ ਹੈ
ਕਿ ਜਦੋਂ ਇਹੀ ਜੀ ਗੱਲ ਵਾਪਰੀ ਜਿਹਦੀ ਪਹਿਲਾਂ ਕਲਪਨਾ ਵੀ ਨਹੀਂ ਸੀ ਕੀਤੀ ਜਾ ਸਕਦੀ, ਜਿਹਦੇ ਬਾਰੇ ਪਹਿਲਾਂ ਸੋਚਿਆ ਵੀ ਨਹੀਂ ਸੀ ਜਾ ਸਕਦਾ, ਜਦੋਂ ਉਹ ਵਾਪਰੀ ਕੋਈ ਨਾ ਕੋਈ ਅਸਰ ਤਾਂ ਮਨ ਤੇ ਪਿਆ ਹੀ। ਹੁਣ ਜਿਹੜਾ ਇਹ ਹੈ ਕਿ ਇੱਕੋ ਹੀ ਕਿਉਂ ਉੱਠਿਆ, ਕਾਲੀ ਕਿਉਂ ਨਾ ਹੋਈ। ਅੱਛਾ, ਇਹ ਵੀ ਸਾਡੇ ਇਤਿਹਾਸ 'ਚ ਜ਼ਿਕਰ ਆਉਂਦਾ ਹੈ ਕਿ ਕੁਛ ਚਿਰ ਚੁੱਪ ਪਸਰੀ ਹੈ, ਇੱਕਦਮ ਨਹੀਂ ਵੀ ਸਕਿੰਟ ਲੱਗਿਆ ਤੇ ਉੱਠ ਕੇ ਸਿਰ ਪੇਸ਼ ਸੀਸ ਪੇਟ ਕਰ, ਕੁਛ ਗੈਪ ਜਿਹਾ ਪਿਆ ਹੈ। ਉਹਦੀ ਵਿਆਖਿਆ ਕੀ ਹੈ? ਕਾਲੀ ਕਿਉਂ ਨਹੀਂ, ਇੱਕਦਮ ਕੜਮੱਸ ਕਿਉਂ ਨਹੀਂ ਪੈ ਗਿਆ ਵੀ ਮੈਂ ਤਿਆਰ ਹਾਂ ਜੀ, ਮੈਂ ਤਿਆਰ ਹਾਂ। ਕੁਛ ਵੀ ਨਹੀਂ ਕਿਤੇ ਇਹੋ ਜਿਹਾ ਵਾਪਰਿਆ ਜਿਹਦੇ 'ਚ ਫਿਰ ਲੋਕਾਂ ਨੂੰ ਸ਼ੱਕ ਖੜੇ ਹੁੰਦੇ ਨੇ ਵੀ ਸਾਰਾ ਪਹਿਲਾਂ ਕਿਤੇ ਮਿਥਿਆ ਹੋਣਾ, ਕਿਉਂਕਿ ਉਹਨਾਂ ਨੂੰ ਉਹ ਸੰਗਤ ਦਾ, ਉਹਨਾਂ ਸਿੱਖਾਂ ਦਾ ਪਤਾ ਨਹੀਂ ਤੇ ਗੁਰੂ ਦੀ ਅਜ਼ਮਤ ਦਾ ਪਤਾ ਨਹੀਂ, ਗੁਰੂ ਦੀ ਵਡੱਤਣ ਦਾ ਪਤਾ ਨਹੀਂ। ਹਰਿੰਦਰ ਸਿੰਘ ਮਹਿਬੂਬ ਹੈ ਜਿਹਨੇ ਫਿਰ ਸਾਰੀਆਂ ਗੱਲਾਂ ਦਾ ਆਪਣੇ ਵੱਲੋਂ ਇੱਕ ਵਿਆਖਿਆ ਦਿੱਤੀ। ਇਹ ਕੋਈ ਜ਼ਰੂਰੀ ਨਹੀਂ ਵੀ ਉਹਨਾਂ ਦੀ ਵਿਆਖਿਆ ਪੂਰੀ ਸਹੀ ਹੋਵੇ, ਕਿਉਂਕਿ ਹੈ ਤਾਂ ਕਲਪਨਾ ਹੀ, ਅਕਲ ਦੀ ਉਡਾਰੀ ਹੈ ਇੱਕ। ਪਰ ਅਕਲ ਦਾ ਵੀ ਫਰਕ ਹੁੰਦਾ ਹੈ, ਕਈ ਅਕਲ ਇਹੀ ਜਿਹੀ ਹੁੰਦੀ ਹੈ ਜਿਹੜੀ ਸੱਚਾਈ ਦੇ ਐਨ ਨੇੜੇ ਤੱਕ ਵੀ ਜਾ ਪਹੁੰਚ ਜਾਏ, ਜੇ ਪੂਰਾ ਸੱਚਾਈ ਤੱਕ ਨਾ ਵੀ ਪਹੁੰਚੇ ਉਹਦੇ ਬਹੁਤ ਨੇੜੇ ਜਾ ਸਕਦੀ। ਸੋ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਦੀ ਮਹਾਨਤਾ ਤੇ ਵਡੱਤਣ ਉਹ ਇਸ ਗੱਲ 'ਚ, ਉਹਨੇ ਸਾਲ ਲਾਤੇ, ਦਹਾਕੇ ਲਾਤੇ, ਸਭ ਕੁਝ ਭੁੱਲ ਗਿਆ। ਉਹਨੇ ਉਹ ਸਭ ਕੁਝ ਸਮਝਣ ਦਾ ਯਤਨ ਕੀਤਾ ਹੈ, ਇੱਕ ਸਾਧਨਾ 'ਚੋਂ ਲੰਘਿਆ। ਇਹ ਇਕੱਲੀ ਪੜ੍ਹਨ ਦੀ ਗੱਲ ਨਹੀਂ ਵੀ ਰੱਟੇ ਲਾ ਲਏ ਤੇ ਗੱਲਾਂ ਦੇ ਨੋਟਸ ਲੈ ਲਏ ਤੇ ਗੱਲਾਂ ਪੜ੍ਹ ਲਈਆਂ। ਇੱਕ ਮਾਨਸਿਕ ਪੱਧਰ ਦੇ ਉੱਤੇ ਵੀ ਮਨ ਨੂੰ ਸਾਧਿਆ ਵੀ ਤਾਂ ਕਿ ਮੈਂ ਗੁਰੂ ਦੇ ਜਿੰਨਾ ਕੁ ਨੇੜੇ ਜਾ ਕੇ ਬੁੱਝ ਸਕਦਾ। ਅਖੀਰ ਤੇ ਉਹਦਾ ਇਹ ਹੈ, ਬੁੱਝਿਆ ਨਹੀਂ ਜਾ ਸਕਦਾ, ਪਰ ਤੁਸੀਂ ਉਹ ਅੰਦਾਜ਼ੇ ਲਾ ਸਕਦੇ ਹੋ ਤੇ ਉਹਦਾ ਅੰਦਾਜ਼ਾ ਕਾਫੀ ਨੇੜੇ ਤੱਕ ਹੋਇਆ। ਮੇਰਾ ਇਹ ਨਿਰਣਾ। ਸੋ ਹੁਣ ਉਹਨੇ ਕਿਹਾ ਵੀ ਜਿਹੜਾ ਇਹ ਇੱਕ ਚੁੱਪ ਪਸਰੀ ਤੇ ਸਿਰ ਦੇਣ 'ਚ ਕਾਹਲੀ ਕੋਈ ਨਹੀਂ, ਉਹਦੀ ਵਿਆਖਿਆ ਕੀ ਹੈ? ਇੱਥੇ ਉਹਨੇ ਇੱਕ ਬਹੁਤ ਡੂੰਘੀ ਗੱਲ ਕਹੀ ਹੈ, ਜਿਹਨੂੰ ਸਮਝਣ 'ਚ ਮੈਨੂੰ ਵੀ ਦਿੱਕਤ ਹੈ। ਮੈਂ ਕਹਾਂ ਮੈਂ ਪੂਰੀ ਸਮਝ ਲਈ, ਤੇ ਇਹ ਵੀ ਤੁਸੀਂ ਮਤਲਬ ਪਹਿਲਾਂ ਹੀ ਮੈਂ ਦੱਸ ਦੇਣਾ ਚਾਹੁੰਦਾ, ਉਹ ਕਾਫੀ ਔਖੀ ਸਮਝ ਆ। ਇੱਕ ਤਾਂ ਉਹਨੇ ਇਹ ਕਿਹਾ ਕਿ ਉਹ ਚੁੱਪ ਦਾ ਕਾਰਨ ਕੀ ਸੀ। ਦੇਖੋ, ਇੱਕ ਤਾਂ ਮੋਟੀ ਜਿਹੀ ਤਾਂ ਆਪਾਂ ਗੱਲ ਕਹਿ ਸਕਦੇ ਹਾਂ ਨਾ ਵੀ ਜਿਹੜੀ ਗੱਲ ਦਾ ਕੋਈ ਕਿਸੇ ਦੀ ਕਲਪਨਾ, ਜਾਂ ਆਪਣੇ ਅੱਜ ਵੀ ਆਪਾਂ ਦੇਖਦੇ ਹਾਂ ਕੋਈ ਅਚਾਨਕ ਇਹੀ ਜਿਹੀ ਗੱਲ ਵਾਪਰ ਜਾਂਦੀ ਹੈ, ਇੱਕ ਵਾਰ ਤਾਂ ਵੀ ਆ ਕੀ ਹੋ ਗਿਆ। ਸੋ ਇਹ ਵੀ ਹੋ ਸਕਦਾ ਨਾ ਇੱਕ ਹੈਰਾਨੀ ਏਡੀ, ਪਰ ਉਹ ਕਹਿੰਦਾ ਵੀ ਉੱਥੇ ਹੈਰਾਨੀ ਨਹੀਂ ਸੀ, ਉਹਦੇ 'ਚ ਇੱਕ ਹੋਰ ਰਾਜ ਹੈ। ਉਹ ਕਹਿੰਦਾ ਵੀ ਇਹ 2 ਸਦੀਆਂ ਉਹਦੇ ਪਿੱਛੇ ਖੜੀਆਂ, ਉਸ ਛਿਣ ਦੇ ਪਿੱਛੇ ਜਿਸ ਛਿਣ ਤੇ ਗੁਰੂ ਨੇ ਸੀਸ ਮੰਗਿਆ, ਉਹ ਛਿਣ ਵਸਤੂ ਕਾਲ 'ਚ ਨਿਖੜਵਾ ਨਹੀਂ, ਉਹਦੇ ਪਿੱਛੇ 2 ਸਦੀਆਂ ਖੜੀਆਂ। ਉਹ ਸਦੀਆਂ ਨੂੰ ਬੁੱਝੋ ਕੀ ਖੜਾ ਉਹਦੇ ਪਿੱਛੇ। ਉਹਦੇ 'ਚ ਫਿਰ ਉਹਨੇ ਉਹਦੀ ਵਿਆਖਿਆ ਕੀਤੀ ਹੈ, ਉਹਦਾ ਇਹ ਹੈ ਕਿ ਸਿੱਖ ਦਾ ਸਾਰਾ ਯਤਨ, ਸਾਰਾ ਸਫ਼ਰ ਗੁਰੂ ਦੀ ਪਛਾਣ ਕਰਨ 'ਤੇ ਹੈ। ਇਹ ਬਹੁਤ ਡੂੰਘਾ ਨੁਕਤਾ। ਜੀਵਨ ਦਾ ਸਾਰਾ ਮਨੋਰਥ ਸਿੱਖ ਦਾ ਮੈਂ ਗੁਰੂ ਦੀ ਮੁਕੰਮਲ ਪਛਾਣ ਕਰ ਲਾਂ, ਇੰਨੀ ਪਛਾਣ ਕਰ ਲਾਂ ਕਿ ਮੇਰੇ ਤੇ ਗੁਰੂ 'ਚ ਬਿੱਥ ਹੀ ਫਰਕ
ਖਤਮ ਹੋ ਜਾਏ, ਮੈਂ ਗੁਰੂ 'ਚ ਅਭੇਦ ਹੋ ਜਾ। ਸਿੱਖ ਦਾ ਜੀਵਨ ਦਾ ਮਨੋਰਥ ਇਹੀ ਹੈ, ਅਸਲੀ ਸਿੱਖ। ਜੇ ਗੁਰੂ ਦੇ ਸਿੱਖ ਹੋਂ, ਜੇ ਗੁਰੂ ਸ਼ਰਧਾ ਹੈ ਸਾਡੀ, ਤਾਂ ਮਨੋਰਥ ਇਹ ਚਾਹੀਦਾ ਅਸੀਂ ਉੱਥੋਂ ਤੱਕ ਭਾਵੇਂ 10% ਹੀ ਪਹੁੰਚ ਗਏ। ਸਿੱਖ ਦਾ ਯਤਨ ਇਹ ਕਿ ਗੁਰੂ ਨੂੰ ਪਛਾਣੋ। ਹੁਣ ਜਿਹੜੇ ਪਛਾਣ ਹੈ, ਇਹ ਕੋਈ ਸਥੂਲ ਵਰਤਾਰਾ ਨਹੀਂ ਵੀ ਯਾਰ ਸਾਹਮਣੇ ਤਾਂ ਦਿਖਦੇ ਨੇ ਅੱਖਾਂ ਦੇ। ਇੱਕ ਬਾਹਰੀ ਰੂਪ ਵੀ ਹੈ ਨਾ ਗੁਰੂ ਦਾ। ਹੁਣ ਬਾਹਰੀ ਰੂਪ ਤਾਂ ਸਾਰਿਆਂ ਨੂੰ ਦਿਖਦਾ, ਗੁਰੂ ਦੇ ਅੰਦਰ ਤੱਕ ਦੇਖ ਲੈਣਾ। ਸੋ ਉੱਥੋਂ ਗੁਰੂ ਵੀ ਬੁੱਝ ਨਾ ਰਹੇ। ਉਹ ਜਦੋਂ ਤੁਸੀਂ ਫਿਰ ਗੁਰੂ ਦਾ ਰੂਪ ਹੋ ਗਏ। ਆਪਣੇ ਤਾਂ ਹੁਣ ਆਪਾਂ ਐਵੇਂ ਇੱਕ ਰਿਵਾਜ ਹੀ ਬਣ ਗਿਆ ਨਾ ਵੀ ਸੰਗਤ ਨੂੰ ਗੁਰੂ ਰੂਪੀ ਸਾਧ ਸੰਗਤ, ਇਹ ਠੀਕ ਨਹੀਂ। ਗੁਰੂ ਪਿਆਰੀ ਕਹਿ ਸਕਦੇ ਹਾਂ। ਗੁਰੂ ਰੂਪੀ ਬਣਨ ਵਾਸਤੇ ਤਾਂ ਬਹੁਤ ਲੰਮਾ ਸਫ਼ਰ ਹੈ। ਉਹ ਹੈ ਜਦੋਂ ਤੁਹਾਨੂੰ ਗੁਰੂ ਦੀ ਮੁਕੰਮਲ ਪਛਾਣ ਹੋਊਗੀ। ਹੁਣ ਜਿਹੜਾ ਪਛਾਣ ਦੀ ਗੱਲ ਹੈ, ਤੁਸੀਂ ਮੈਂ ਇਹਦੀ ਇੱਕ ਸੌਖੀ ਜਿਹੀ ਉਦਾਹਰਨ ਦੇਣੀ ਹੋਵੇ, ਆਪਣਾ ਜ਼ਿੰਦਗੀ 'ਚ ਕਿੰਨੇ ਬੰਦਿਆਂ ਨਾਲ ਵਾਹ ਪੈਂਦਾ। ਸਾਡੇ ਸ਼ੁਭ ਚਿੰਤਕਾਂ ਨਾਲ ਵੀ ਅਤੇ ਦੋਖੀਆਂ ਨਾਲ। ਆਪਾਂ ਨੂੰ ਕਿੰਨੀ ਵਾਰ ਜ਼ਿੰਦਗੀ 'ਚ ਅਹਿਸਾਸ ਹੁੰਦਾ ਹੈ ਜਦੋਂ ਕੋਈ ਗੱਲ ਵਾਪਰ ਜਾਂਦੀ ਹੈ, ਯਾਰ ਮੈਂ ਇੰਨੇ ਸਾਲਾਂ 'ਚ ਇਹਨੂੰ ਸਮਝਿਆ ਹੀ ਨਹੀਂ। ਇਹ ਦੋਸਤਾਂ ਬਾਰੇ ਵੀ ਹੁੰਦੀ ਹੈ, ਦੁਸ਼ਮਣਾਂ ਬਾਰੇ ਵੀ ਹੁੰਦੀ। ਇਹ ਰਾਜਨੀਤੀ 'ਚ ਵੀ ਹੁੰਦੀ ਹੈ, ਸਮਾਜਿਕ ਜੀਵਨ 'ਚ ਵੀ ਹੁੰਦੀ ਹੈ, ਨਿੱਜੀ ਰਿਸ਼ਤਿਆਂ 'ਚ ਵੀ ਹੁੰਦੀ ਹੈ। ਜੀਵਨ ਪਰ ਇਕੱਠੇ ਰਹਿ ਕੇ ਵੀ ਬਹੁਤ ਕੁਛ ਰਹਿ ਜਾਂਦਾ ਹੈ। ਯਾਰ ਮੈਨੂੰ ਇਹ ਤਾਂ ਸਮਝ ਹੀ ਨਾ ਆਈ ਸਾਰੀ ਉਮਰ। ਜਾਂ ਤਾਂ ਉਹ ਬਹੁਤ ਚੰਗਾ ਨਿਕਲ ਜੇ ਨਾ, ਮਰਨ ਤੋਂ ਬਾਅਦ ਸਾਡੇ ਅਕਸਰ ਗੱਲ ਹੁੰਦੀ ਹੈ ਵੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਉਹ ਇੰਨਾ ਚੰਗਾ, ਮੈਨੂੰ ਤਾਂ ਸਾਰੀ ਉਮਰ ਮੈਨੂੰ ਤਾਂ ਸਮਝ ਹੀ ਨਹੀਂ ਆਈ। ਬਦ ਬਾਰੇ ਵੀ ਇਹੀ ਹੁੰਦਾ ਜਦੋਂ ਕੋਈ ਬਦੀ ਕਰਦਾ ਵੀ ਮੈਂ ਤਾਂ ਇਹ 'ਤੇ ਬੜਾ ਯਕੀਨ ਕਰਕੇ ਚੱਲਦਾ ਰਿਹਾ, ਜਿਹਦੇ ਵੱਲ ਤੁਹਾਨੂੰ ਉਹ ਬੰਦਾ ਪਛਾਣਨ 'ਚ ਦਿੱਕਤ ਆਈ ਹੈ। ਪਛਾਣਨਾ ਕਿੰਨਾ ਔਖਾ ਹੁੰਦਾ। ਬਾਕੀ ਤੁਹਾਨੂੰ ਉਹਦਾ ਸਾਰਾ ਨੱਕ ਮੂੰਹ ਅੱਖਾਂ ਸਭ ਕੁਝ ਪਤਾ ਦਿਸਦੀਆਂ, ਜਿਹਦਾ ਮਤਲਬ ਉਹਦੇ ਮਨ ਨੂੰ ਬੁੱਝਣਾ, ਉਹਦੀ ਮਾਨਸਿਕਤਾ ਨੂੰ ਸਮਝਣਾ, ਇਹਦੀ ਮਾਨਸਿਕਤਾ ਕਿਹੋ ਜਿਹੀ। ਅਤੇ ਜੇ ਆਮ ਬੰਦੇ ਦੇ ਸੰਬੰਧ 'ਚ ਏਡੇ ਵੱਡਾ ਔਖੀ ਗੱਲ ਹੈ ਇਹ, ਅਤੇ ਗੁਰੂ ਦੀ ਮਨ ਨੂੰ ਸਮਝਣਾ, ਗੁਰੂ ਦੀ ਪਛਾਣ ਕਰਨੀ, ਇਹ ਤਾਂ ਬਹੁਤ ਔਖੀ ਗੱਲ। ਸੋ ਉਹ ਜਿਹੜਾ ਛਿਣ ਸੀ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਦੇ ਕਹਿਣ ਅਨੁਸਾਰ, ਉਹ ਛਿਣ ਦੀ ਵਿਸ਼ੇਸ਼ਤਾ ਇਹ ਸੀ ਕਿ ਜਦੋਂ ਸਿੱਖ ਨੇ ਗੁਰੂ ਨਾਲੋਂ ਆਪਦਾ ਸਾਰਾ ਫਾਸਲਾ ਖਤਮ ਕਰ ਦੇਣਾ ਸੀ, ਸਿੱਖ ਨੇ ਗੁਰੂ 'ਚ ਅਭੇਦ ਹੋ ਜਾਣਾ ਸੀ, ਗੁਰੂ ਦੀ ਮੁਕੰਮਲ ਪਛਾਣ ਦੇ ਛਿਣ ਸੀ ਉਹ ਸਿਰ ਤਾਂ ਹੀ ਦਿੱਤਾ ਜਾਂਦਾ ਜਦੋਂ ਲਹੂ ਨੁੱਚੜਦੀ ਤਲਵਾਰ ਦੂਜੀ ਵਾਰ ਦਿਸ ਵੀ ਗਈ, ਫਿਰ ਵੀ ਕੋਈ ਜਕੋ ਤਕੀ ਨਹੀਂ ਵੀ ਸੋਚੀ ਪੈ ਗਿਆ ਹੋਵੇ ਵੀ ਇਹ ਤਾਂ ਕੰਮ ਖਰਾ ਸੀਰੀਅਸ ਲੱਗਦਾ ਨਾ। ਸੋ ਇਹ ਜਿਹੜਾ ਇਹ ਗੱਲ ਹੈ ਜਿਹੜੀ ਇਹ ਮੰਜ਼ਿਲ, ਇਹ ਛੋਟੀ ਨਹੀਂ, ਅਤੇ ਇਹ ਉਦੋਂ ਹੀ ਸ਼ੁਰੂ ਨਹੀਂ ਸੀ ਹੋਈ ਉਸ ਛਿਣ 'ਤੇ। ਇਹ ਤਾਂ 2 ਸਦੀਆਂ ਪਹਿਲਾਂ ਸ਼ੁਰੂ ਹੋ ਚੁੱਕਿਆ ਸੀ ਸਫ਼ਰ ਸਿੱਖ ਦਾ। ਸਿੱਖ 2 ਸਦੀਆਂ ਤੋਂ ਇਸੇ ਸਫ਼ਰ ਵਿੱਚ ਸੀ ਕਿ ਕਦੋਂ ਮੈਨੂੰ ਗੁਰੂ ਦੀ ਪੂਰਨ ਰੂਪ ਦੇ ਵਿੱਚ ਮੁਕੰਮਲ ਪਛਾਣ ਹੋ ਗਈ। 2 ਸਦੀਆਂ ਤੋਂ ਇਹ ਸਾਰਾ ਕੁਝ ਚੱਲ ਰਿਹਾ ਸੀ। ਇਹਨਾਂ 2 ਸਦੀਆਂ 'ਚ ਵਿਅਕਤੀਗਤ ਪੱਧਰ 'ਤੇ ਸਿੱਖਾਂ ਨੂੰ ਪਛਾਣ ਹੋਈ ਹੈ। ਸਾਰੇ ਸਮੇਂ 'ਚ ਵਿਅਕਤੀਗਤ ਪੱਧਰ 'ਤੇ ਗੁਰੂ ਨਾਨਕ ਸਾਹਿਬ ਦੀ ਸਭ ਤੋਂ ਪਹਿਲੀ ਪਛਾਣ ਬੇਬੇ ਨਾਨਕੀ ਨੂੰ ਹੋਈ ਸੀ, ਪਰਿਵਾਰ 'ਚੋਂ, ਕਿ ਆਮ ਬੱਚਿਆਂ ਵਰਗਾ ਬੱਚਾ ਨਹੀਂ,
ਇਹ ਤਾਂ ਕੋਈ ਖਾਸ ਗੱਲ ਹੈ। ਉਹਨੂੰ ਖਾਸ ਗੱਲ ਦਾ ਪਤਾ ਲੱਗ ਗਿਆ ਸੀ। ਬੇਬੇ ਨਾਨਕੀ ਨੂੰ ਹੋਈ, ਮਰਦਾਨੇ ਨੂੰ ਹੋਈ, ਰਾਏ ਬੁਲਾਰ ਨੂੰ ਵੀ ਹੋਈ। ਪਰ ਸ਼ੁਰੂ 'ਚ ਇੰਨੇ ਕੀ ਸੀ ਪਛਾਣਨ ਵਾਲੇ। ਚਲੋ ਫੇਰ ਚੱਲਦਾ ਸਿਲਸਿਲਾ, ਹੋਰ ਵੀ ਸ਼ਾਮਲ ਹੁੰਦੇ ਨੇ, ਪਰ ਵਿਅਕਤੀਗਤ ਰੂਪ 'ਚ, 1 ਤੋਂ 2 3 4 ਐ ਨਿਖੜਵੇਂ ਰੂਪ 'ਚ। ਸਮੂਹ ਸੰਗਤ ਨਹੀਂ, ਜੋ ਵੀ ਅੱਜ ਨਾਮ ਲੇਵਾ ਸਿੱਖ ਹੈ ਉਹਨੂੰ ਪੂਰੀ ਪਛਾਣ ਹੋ। ਇਹ ਉਦੋਂ ਵੀ ਨਹੀਂ ਸੀ, ਵਿਅਕਤੀਗਤ ਰੂਪ 'ਚ ਹੁੰਦੀ ਰਹੀ ਤੇ ਉਹ ਵਰਤਾਰਾ ਚੱਲਦਾ ਰਿਹਾ। ਉਹ ਜਿਹਨੂੰ ਪਛਾਣ ਹੋ ਜਾਂਦੀ ਸੀ, ਉਹ ਬੰਦਾ ਗੁਰਮੁਖਤਾ ਦੀ ਸੰਪੂਰਨਤਾ ਤੱਕ ਪਹੁੰਚ ਜਾਂਦਾ। ਗੁਰਮੁਖ, ਸੰਪੂਰਨ ਗੁਰਮੁਖ ਉਹ ਹੁੰਦਾ ਸੀ ਜਿਹਨੂੰ ਗੁਰੂ ਦੀ ਮੁਕੰਮਲ ਪਛਾਣ। ਵਿਸ਼ਵਾਸ ਵਾਲੇ ਤਾਂ ਬਹੁਤ ਸੀ, ਸ਼ਰਧਾ ਵਾਲੇ ਬਹੁਤ ਸੀ, ਪਿਆਰ ਵਾਲੇ ਬਹੁਤ ਸੀ, ਮੁਕੰਮਲ ਪਛਾਣ ਵਾਲੇ ਬਿਰਲੇ ਸੀ। ਸੋ ਇਹ ਸਿਲਸਿਲਾ 2 ਸਦੀਆਂ ਚੱਲਿਆ ਕਿ ਵਿਅਕਤੀਗਤ ਇਕਾਈਆਂ ਨੂੰ ਹੁੰਦੀ ਰਹੀ, ਜਿਹੜੀ ਸਗਲ ਸੰਗਤ ਹੈ ਉਹਦੇ ਸਰਬ ਆਕਾਰ ਨੂੰ ਹੀ ਹੋ ਜੇ, ਇਹ ਮੰਜ਼ਿਲ ਸੀ। ਤੇ ਸਾਰਾ ਸਫ਼ਰ ਖਾਲਸੇ ਦਾ 2 ਸਦੀਆਂ ਤੋਂ, ਖਾਲਸਾ ਨਾ ਕਹੀਏ ਸਿੱਖ ਦਾ, ਉਹ ਇਹੀ ਸੀ ਕਿ ਸਾਰੀ ਸੰਗਤ ਨੂੰ ਸਰਬ ਆਕਾਰ ਰੂਪ ਦੇ ਵਿੱਚ ਗੁਰੂ ਦੀ ਪਛਾਣ ਉਹ ਹੁੰਦੀ ਹੈ ਕਿ ਨਹੀਂ ਹੁੰਦੀ। ਹਰਿੰਦਰ ਸਿੰਘ ਮਹਿਬੂਬ ਕਹਿੰਦਾ ਵੀ ਉਸ ਮੌਕੇ ਜਿਹੜੀ ਸੰਗਤ ਸੀ ਉੱਥੇ, ਉਹਦੇ 'ਚ ਜੇ ਕਿਤੇ ਸੁੰਨ ਵੀ ਵਰਤੀ ਕੁਛ ਚਿਰ ਵਾਸਤੇ, ਉਹ ਕਿਸੇ ਡਰ ਜਾਂ ਘਬਰਾਹਟ 'ਚੋਂ ਨਹੀਂ ਸੀ। ਉਹ ਛਿਣ ਦਾ ਤੇਜ ਹੀ ਐਡਾ ਸੀ, ਉਹਦਾ ਬੋਝ ਹੀ ਐਡਾ ਸੀ, ਉਹਦੇ ਪਿੱਛੇ ਇੱਕ ਐਡਾ ਸਫ਼ਰ ਖੜਾ ਸੀ ਤੇ ਉਸ ਛਿਣ ਤੇ ਉਸ ਸਫ਼ਰ ਨੇ ਆਪਦੀ ਮੰਜ਼ਿਲ ਤੇ ਪਹੁੰਚ ਜਾਣਾ ਸੀ। ਸ਼ੁਰੂ 1 ਤੋਂ ਹੋਇਆ, ਭਾਵੇਂ 2 ਤੋਂ ਹੋਇਆ, ਸੀਸ ਦੇਣ ਦੇ ਤੋਂ, ਪਰ ਉਦਣ ਸੰਗਤ ਜਿਹੜੀ ਉਹ ਗੁਰੂ ਦਾ ਰੂਪ ਹੋ ਗਈ, ਗੁਰੂ 'ਚ ਅਭੇਦ ਹੋ ਗਈ, ਗੁਰੂ 'ਚ ਤੇ ਸਿੱਖ 'ਚ ਫਾਸਲਾ ਉਹਦੇ ਮਿਟ ਗਿਆ। ਸੋ ਇਸ ਕਰਕੇ ਜਦੋਂ 5 ਪਿਆਰੇ ਜਿਹੜੇ ਸੀ ਉਹ ਤੰਬੂ 'ਚੋਂ ਬਾਹਰ ਨਿਕਲੇ ਤਾਂ ਉਹਨਾਂ ਨੂੰ ਦੇਖ ਕੇ ਕਿਸੇ ਦੇ ਮਨ 'ਚ ਕੋਈ ਪਛਤਾਵਾ ਨਹੀਂ ਹੋ ਸਕਦਾ, ਕਿਉਂਕਿ ਉਹ ਸਾਰੇ ਉਹਨਾਂ ਜਿਹੇ ਹੋ ਗਏ ਸੀ। ਉਹਨਾਂ ਨੂੰ ਆਪਦੇ ਹੀ ਲੱਗਦੇ ਸੀ, ਆਪ ਤੋਂ ਵੱਖਰਾ ਕੁਛ ਵੀ ਨਹੀਂ ਸੀ ਲੱਗਦਾ। ਹਰਿੰਦਰ ਸਿੰਘ ਮਹਿਬੂਬ ਕਹਿੰਦਾ ਕਿ ਉਸ ਮੌਕੇ ਉਹਨਾਂ 5 ਦੇ ਵਿੱਚ ਭੂਤ ਭਵਿੱਖ ਦੇ ਸਾਰੇ ਸਿੰਘਾਂ ਦੀ ਸੁੰਦਰਤਾ ਦਾ ਜਲਾਉ ਆ, ਸ਼ਹੀਦ ਸਿੰਘਾਂ ਦੀ, ਕਿਉਂਕਿ ਉਦੋਂ ਤੱਕ ਸਿੰਘ ਸ਼ਹੀਦ ਹੋ ਚੁੱਕੇ ਸੀ ਸਿੱਖ। ਵਿਅਕਤੀਗਤ ਰੂਪ 'ਚ ਸੀ ਇਹ, ਝੱਲ ਝੱਲ ਕੇ ਵੀ ਹੋਏ ਤੇ ਜੰਗਾਂ ਦੇ ਵਿੱਚ ਵੀ ਹੋਏ, 6ਵੇਂ ਪਾਤਸ਼ਾਹ ਦੀਆਂ ਜੰਗਾਂ 'ਚ ਵੀ ਤੇ 10ਵੇਂ ਪਾਤਸ਼ਾਹ ਦੀਆਂ ਜੰਗਾਂ 'ਚ ਵੀ। ਉਹ ਕਹਿੰਦਾ ਵੀ ਉਹ ਜਿਹੜੇ ਹੋ ਚੁੱਕੇ ਸ਼ਹੀਦ ਹੈ, ਜਿਹੜੇ ਕਿਤੇ ਵੀ ਭਵਿੱਖ 'ਚ ਹੋਣੇ ਆ ਸਿੱਖ ਸ਼ਹੀਦ, ਉਹਨਾਂ ਸਾਰਿਆਂ ਦੀ ਸੁੰਦਰਤਾ ਦਾ ਜਲਾਓ ਉਹਨਾਂ 5 'ਚ ਆ ਗਿਆ। ਸੋ ਉਹ ਤੇਜ਼ ਚੱਲਣਾ ਉਹਨਾਂ ਦਾ, ਉਹ ਕਿਤੇ ਸੌਖਾ ਸੀ? ਉੱਥੇ ਕਾਲੀ ਕਿਵੇਂ ਹੋ ਸਕਦੀ ਸੀ? ਉੱਥੇ ਕੜਮੱਸ ਕਿਵੇਂ ਪੈ ਸਕਦਾ ਸੀ? ਉਹ ਤੇਜ਼ ਚੱਲਣ ਦਾ ਜਿਹਦੇ 'ਚ ਤਾਣ ਸੀ, ਜਿਹਦੇ 'ਚ ਉਹ ਬੋਝ ਚੁੱਕਣ ਦਾ ਤਾਣ ਸੀ, ਉਹੀ ਉੱਠਿਆ ਨਾ। ਚਲੋ ਹੌਲੀ 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 ਉਹ ਸਫ਼ਰ ਨੇ ਖਤਮ ਹੋਣਾ ਸੀ, ਆਪਦੇ ਅਖੀਰਲੀ ਮੰਜ਼ਿਲ ਤੇ ਪਹੁੰਚਣਾ ਸੀ। ਪਰ ਉਹਦੀ ਇੱਕ ਕਹਿੰਦਾ ਸ਼ਰਤ ਸੀ, ਸੰਗਤ ਰੂਪ 'ਚ ਸਰਬ ਆਕਾਰ ਸੰਗਤ ਦਾ ਗੁਰੂ 'ਚ ਉਦੋਂ ਹੀ ਅਭੇਦ ਹੋ ਸਕਦਾ ਮੌਤ ਦੇ ਛਿਣ ਤੇ। ਨਾ ਵੀ ਸੀਸ ਲੈਣ ਦੀ ਕੀ ਲੋੜ ਪੈ ਗਈ ਸੀ? ਆਹ ਲੋੜ ਪੈ ਗਈ ਸੀ। ਇਸ ਹੱਦ ਤੱਕ ਜਿਹੜੀ ਅਭੇਦਤਾ ਹੈ
ਉਹਦੇ ਵਾਸਤੇ ਮੌਤ ਦਾ ਛਿਣ ਜ਼ਰੂਰੀ ਸੀ। ਉਹ ਗੁਰੂ ਸਾਹਿਬ ਨੇ ਪੈਦਾ ਕੀਤਾ। ਮੌਤ ਕਬੂਲੀ, ਬਿਲਕੁਲ ਪ੍ਰੈਕਟੀਕਲ ਅਮਲੀ ਰੂਪ ਦੇ ਵਿੱਚ। ਤੇ ਜਿੰਨਿਆਂ ਦਾ ਮੰਗ ਲੈਂਦੇ ਉਦੋਂ ਗੁਰੂ ਜੇ 20,000 ਨੂੰ ਵੀ ਕਹਿ ਦਿੰਦੇ ਤਾਂ ਸਾਰੇ ਹਾਜ਼ਰ ਸੀ। ਫੇਰ ਦੱਸੋ ਫਰਕ ਕੀ ਰਹਿ ਗਿਆ, ਦੂਰੀ ਕੀ ਰਹਿ ਗਈ, ਹੋ ਗਏ ਨਾ ਅਭੇਦ। ਉਹ ਕਹਿੰਦਾ ਵੀ ਆਹ ਚੀਜ਼ ਸੀ ਜਿਹਦਾ ਬੋਝ ਸੀ, ਜਿਹਦਾ ਤੇਜ ਸੀ, ਉਹ ਝੱਲਣਾ ਬੜਾ ਔਖਾ ਸੀ। ਇਹ ਇੱਕਦਮ ਇੱਕ ਛਿਣ 'ਚ ਨਹੀਂ ਹੋਣਾ ਸੀ, ਇਹਨੇ ਸਮਾਂ ਲਿਆ। ਬਸ ਜਦੋਂ ਪਤਾ ਲੱਗ ਗਿਆ ਫਿਰ ਉਹ ਬਿਲਕੁਲ ਹੀ ਬਦਲ ਗਏ। ਫਿਰ ਪੰਜੇ ਪਿਆਰੇ ਤੇ ਗੁਰੂ, ਸੰਗਤ ਤੇ ਗੁਰੂ, ਉਹ ਸਾਰੇ ਇੱਕ ਹੋ ਗਏ। ਹੁਣ ਆਹ ਇੱਕ ਵਿਆਖਿਆ ਹੈ ਜਿਹਦੇ 'ਚ ਉਹਨੇ ਪਛਤਾਵੇ ਤੇ ਵੀ ਕਾਂਟਾ ਫੇਰਤਾ, ਡਰ ਤੇ ਫੇਰਤਾ, ਘਬਰਾਹਟ ਤੇ ਫੇਰਤਾ। ਜਿਹੜੇ ਬੰਦਿਆਂ ਨੇ ਇਹ ਕਿਹਾ ਕਿ ਘਬਰਾਹਟ ਫੈਲ ਗਈ ਜਾਂ ਡਰ ਕੇ ਭੱਜ ਗਏ ਕਈ, ਜਾਂ ਜਾ ਕੇ ਮਾਤਾ ਗੁਜਰੀ ਨੂੰ ਕਿਹਾ ਵੀ ਆਓ, ਤੁਸੀਂ ਆਓ, ਸਮਝਾਓ ਕੁਛ, ਉਹ ਮਨੁੱਖੀ ਮਨ ਨੂੰ, ਮਨੁੱਖੀ ਮਨੋਵਿਗਿਆਨ ਨੂੰ ਇੱਕ ਬਿਲਕੁਲ ਹੀ ਆਮ ਪੱਧਰ 'ਤੇ ਸਮਝਣ ਵਾਲੇ ਲੋਕ ਸੀ ਕਿ ਆਮ ਹਾਲਤ 'ਚ ਐ ਹੁੰਦਾ। ਮੈਂ ਇਹ ਗੱਲ ਕਈ ਥਾਵਾਂ 'ਤੇ ਦੱਸੀ ਆ ਬੰਦਿਆਂ ਨੂੰ, ਥੋੜ੍ਹੀ ਹਾਸੇ ਵਾਲੀ ਵੀ ਹੈ, ਗੰਭੀਰ ਵੀ ਹੈ, ਕਿ ਜਦੋਂ ਸੰਤ ਜਰਨੈਲ ਸਿੰਘ ਸ਼ਹੀਦ ਹੋਏ, ਮੈਂ ਉੱਥੇ ਰੋਡੇ ਪਿੰਡ ਸੀ ਅਤੇ ਮੈਂ ਉੱਥੇ ਲੋਕ ਅਫਸੋਸ ਕਰਨ ਆ ਰਹੇ ਸੀ ਘਰ ਦੇ ਵਿੱਚ ਬਾਬਾ ਜੋਗਿੰਦਰ ਸਿੰਘ ਕੋਲ, ਸੱਥਰ ਵਿਛਿਆ ਹੋਇਆ ਸੀ। ਉੱਥੇ ਇੱਕ ਪਿੰਡ ਦਾ ਬਜ਼ੁਰਗ ਆਇਆ, ਉਹਨੇ ਬਾਬਾ ਜੋਗਿੰਦਰ ਸਿੰਘ ਨੂੰ ਕਿਹਾ, ਕਹਿੰਦਾ ਜੋਗਿੰਦਰ ਸਿੰਘ ਗਲਤੀ ਤੇਰੀ ਵੀ ਹੈ, ਮੁੰਡੇ ਨੂੰ ਸਮਝਾਇਆ ਤੂੰ ਵੀ ਨਹੀਂ। ਹੁਣ ਇੱਕ ਬੰਦੇ ਦੀ ਮਨੋਵਸਥਾ ਨਾ, ਉਹਦੀ ਕਿੰਨੀ ਸਾਦਗੀ ਹੈ, ਕਿੰਨੀ ਮਾਸੂਮੀਅਤ ਆ ਉਹਦੇ ਗੱਲ ਕਹਿਣ 'ਚ। ਉਹਨਾਂ ਨੂੰ ਸੰਤ ਇੱਕ ਮੁੰਡਾ ਹੀ ਲੱਗਦਾ ਨਾ, ਵੀ ਇੱਕ ਜੋਗਿੰਦਰ ਸਿੰਘ ਦਾ ਮੁੰਡਾ ਹੈ। ਆਹ ਫਰਕ ਹੁੰਦਾ ਜਦੋਂ ਤੁਸੀਂ ਮਨੁੱਖ ਦੇ ਮਨੋਵਿਗਿਆਨ ਨੂੰ ਉਸ ਲੈਵਲ 'ਤੇ, ਉਸ ਪੱਧਰ 'ਤੇ ਲਿਆ ਕੇ ਸਮਝਣ ਦਾ ਯਤਨ ਕਰਦੇ ਹੋ ਵੀ ਇਹ ਕਿਵੇਂ ਹੋ ਸਕਦਾ, ਬੰਦੇ ਡਰੇ ਨਾ ਹੋਣ, ਭੱਜੇ ਨਾ ਹੋਣ। ਨੰਗੀ ਤਲਵਾਰ ਲਹੂ ਨੁੱਚੜਦਾ ਦੇਖ ਕੇ ਇਹ ਤਾਂ ਐਨ ਸੰਭਵ ਹੈ। ਤਾਂ ਆਹ ਕੁਤਾਹੀ ਜਿਹੜੇ ਅਜੋਕੇ ਵਿਦਵਾਨ ਉਹ ਇਹ ਕਰਦੇ ਆ। ਇੱਕ ਜਿਹੀ ਕਵੀ ਨੇ ਜਿਹੜਾ ਖੱਬੇ ਪੱਖੀ ਹੈ, ਉਹਨੇ ਇੱਕ ਕਵਿਤਾ ਲਿਖੀ ਸੀ ਮਾਤਾ ਸਾਹਿਬ ਕੌਰ ਬਾਰੇ। ਉਹਨੇ ਸਾਹਿਬ ਕੌਰ ਵੀ ਨਹੀਂ ਲਿਖਿਆ, ਸਾਹਿਬਾਂ ਦੇਵੀ ਲਿਖਿਆ ਬਸ। ਉਹ ਕਹਿੰਦਾ ਵੀ ਉਹ ਕਿਲੇ ਦੇ ਬੁਰਜ 'ਤੇ ਖੜੀ ਦੇਖ ਰਹੀ ਹੈ, ਕੋਈ ਮੂੰਗਲੀਆਂ ਫੇਰ ਰਿਹਾ, ਕੋਈ ਕਿਸੇ ਨਾਲ ਘੋਲ ਕਰ ਰਿਹਾ, ਕੋਈ ਨੇਜਾ ਸੁੱਟ ਰਿਹਾ, ਕੋਈ ਘੋੜ ਸਵਾਰੀ ਕਰ ਰਿਹਾ। ਉਹ ਦੇਖ ਕੇ ਉਹਦੇ ਕਹਿੰਦਾ ਮਨ 'ਚ ਹਸਰਤ ਆਉਂਦੀ ਹੈ ਕਿ ਕਾਸ਼ ਮੇਰਾ ਵੀ ਇੱਕ ਹੁੰਦਾ, ਉਹ ਵੀ ਇਹਨਾਂ 'ਚ ਸ਼ਾਮਲ ਹੁੰਦਾ। ਮੈਨੂੰ ਕਵਿਤਾ ਪੜ੍ਹ ਕੇ ਬੜਾ ਮਨ ਔਖਾ ਹੋਇਆ। ਇਹਨੂੰ ਪਤਾ ਹੀ ਨਹੀਂ ਮਾਤਾ ਸਾਹਿਬ ਕੌਰ ਕੌਣ ਸੀ। ਮੈਂ ਇੱਕ ਬੰਦੇ ਕੋਲ ਜ਼ਿਕਰ ਕੀਤਾ, ਉਹਦੇ ਦੋਸਤ ਕੋਲ ਵੀ, ਯਾਰ ਆਹ ਬੰਦੇ ਨੇ ਇਹਨੂੰ ਬਹੁਤ ਮਾੜੀ ਕਵਿਤਾ ਲਿਖੀ ਹੈ, ਇਹਨੂੰ ਇਹ ਕੰਮ ਕਰਨਾ ਨਹੀਂ ਚਾਹੀਦਾ। ਉਹਦਾ ਬੜਾ ਸਹਿਜ ਭਾਵ ਉੱਤਰ ਸੀਗਾ, ਕਹਿੰਦਾ ਮਨੁੱਖੀ ਮਨ ਐ ਸੋਚ ਹੀ ਸਕਦਾ ਨਾ, ਜਿਹਦਾ ਮਤਲਬ ਸਾਹਿਬ ਕੌਰ ਵੀ ਇੱਕ ਮਨੁੱਖੀ ਮਨ ਹੀ ਸੀ ਨਾ। ਜਿਵੇਂ ਇੱਕ ਆਮ ਜਨਾਨੀ ਜਾਂ ਔਰਤ ਸੋਚ ਸਕਦੀ ਹੈ ਪੁੱਤਰ ਦੀ ਸਿੱਖ, ਉਹ ਇੱਕ ਔਸਤਨ ਔਰਤ ਬਾਰੇ ਗੱਲ ਕਰ ਰਹੇ। ਉਹਨਾਂ ਨੂੰ ਪਤਾ ਹੀ ਨਹੀਂ ਕਿ ਮਾਤਾ ਸਾਹਿਬ ਕੌਰ ਉਹਨਾਂ 'ਚੋਂ ਨਹੀਂ ਸੀ। ਉਹਦੀ ਆਤਮਕ ਅਵਸਥਾ ਕੁਛ ਹੋਰ ਸੀ। ਉੱਥੇ ਕੋਈ ਤ੍ਰਿਸ਼ਨਾ, ਕੋਈ ਇਹੀ ਜਿਹੀ ਗੱਲ, ਉਹਦੇ ਵਾਸਤੇ ਤਾਂ ਕੋਈ ਜਗ੍ਹਾ ਹੀ ਨਹੀਂ ਸੀ ਰਹੇਗੀ। ਪਰ ਉਹਨਾਂ ਦੀ ਇਹ ਕਲਪਨਾ ਤੋਂ ਦੂਰ ਹੈਗਾ। ਆਹ ਗੜਬੜਾਂ ਕਰਦੇ ਨੇ ਬੰਦੇ, ਇਹਦਾ ਨੁਕਸਾਨ ਹੁੰਦਾ।
ਇੱਕ ਸ਼ੰਕਾਵਾਦੀ, ਇੱਕ ਤਰਕਵਾਦੀ ਵਰਗ ਪੈਦਾ ਹੁੰਦਾ। ਤੇ ਅਫਸੋਸ ਦੀ ਗੱਲ ਇਹ ਹੈ ਕਿ ਅੱਜ ਉਹ ਵਰਗ ਸਾਡੇ ਸਿੱਖ ਪ੍ਰਚਾਰਕਾਂ ਦਾ ਹੀ ਹੈ। ਤੇ ਪ੍ਰਚਾਰਕ ਵੀ ਉਹ ਜਿਨ੍ਹਾਂ ਦੀ ਮੰਗ ਬਹੁਤ ਹੋ ਰਹੀ ਹੈ, ਜਿਹਦਾ ਮਤਲਬ ਸਿੱਖ ਦੇ ਮਨ ਚੋਂ ਗੁਰੂ ਦਾ ਸੋਝ ਕਿੰਨਾ ਘਟ ਗਿਆ, ਨੁਕਸਾਨ ਕਿੰਨਾ ਹੋ ਗਿਆ, ਢਾਹ ਕਿੰਨੀ ਲੱਗ ਗਈ। ਅਸੀਂ ਇੱਥੇ ਪਿੱਟਦੇ ਰਹਿੰਦੇ ਹਾਂ ਵੀ ਯਾਰ ਲੋਕ ਮੂਰਖਣ, ਵੋਟਾਂ ਕਿਵੇਂ ਕਿਹਨੂੰ ਪਾਈ ਜਾਂਦੇ ਨੇ। ਅਸੀਂ ਰਾਜਨੀਤੀ 'ਚ ਜੋ ਉਹਦੇ ਪ੍ਰਗਟਾਵੇ ਹੋ ਰਹੇ ਨੇ ਬਸ ਉਹਦੀ ਕਲਪਦੇ ਹਾਂ। ਉਹ ਤਾਂ ਰਾਜਨੀਤੀ 'ਚ ਤਾਂ ਉਹ ਇੱਕ ਪ੍ਰਗਟਾਵਾ ਹੋ ਰਿਹਾ, ਬਿਮਾਰੀ ਤਾਂ ਕੋਈ ਹੋਰ ਹੈ। ਉਹ ਤਾਂ ਰੋਗ ਦਾ ਲੱਛਣ ਹੈ ਨਾ ਇੱਕ ਰਾਜਨੀਤੀ 'ਚ ਜੋ ਕੁਛ ਹੋ ਰਿਹਾ। ਰੋਗ ਤਾਂ ਹੋਰ ਹੈ, ਰੋਗ ਦੀ ਜੜ ਤੱਕ ਨਹੀਂ ਜਾਂਦੀ। ਤੇ ਜਿੰਨਾ ਚਿਰ ਜੜ ਤੱਕ ਨਹੀਂ ਜਾਵਾਂਗੇ, ਇਹ 50 ਇਲੈਕਸ਼ਨਾਂ ਵੀ ਆ ਜਾਣ, ਪੰਥ ਦੀ ਹਾਲਤ ਨਹੀਂ ਸੁਧਰ ਸਕਦੀ। ਹਰ ਇਲੈਕਸ਼ਨ 'ਚ ਯਤਨ ਕੀ ਹੁੰਦਾ ਯਾਰ, ਐਤਕੀ ਆਪਾਂ ਜਿਹੜੇ ਬੰਦੇ ਨੇ ਨਾ ਪੰਥਕ, ਉਹਨਾਂ ਨੂੰ ਇਕੱਠੇ ਕਰੋ। ਅੱਛਾ, ਫੇਰ ਉਹਦਾ ਕੁਛ ਨਹੀਂ ਬਣਦਾ, ਫੇਰ ਲੋਕਾਂ ਨੂੰ, ਸੰਗਤ ਨੂੰ ਗਾਲਾਂ ਵੀ ਇੱਥੇ ਨਹੀਂ ਕੁਛ ਬਣ ਸਕਦਾ, ਲੋਕ ਹੀ ਮੂਰਖ। ਲੋਕ ਮੂਰਖ ਨਹੀਂ, ਲੋਕਾਂ ਨੂੰ ਮੂਰਖ ਬਣਾਇਆ ਗਿਆ। ਤੇ ਜਿੰਨਾ ਚਿਰ ਉਹ ਜਿਵੇਂ ਬਣਾਇਆ ਗਿਆ ਤੁਸੀਂ ਉਸ ਨੂੰ ਸਮਝਦੇ ਨਹੀਂ ਤੇ ਉਹਦਾ ਇੰਤਜ਼ਾਮ ਨਹੀਂ ਕਰਦੇ, ਇਹਨਾਂ ਚੀਜ਼ਾਂ ਦਾ ਕੋਈ ਫਰਕ ਨਹੀਂ। ਅੱਜ ਕੱਲ੍ਹ ਤਾਂ ਜਿੱਥੇ ਬੈਠਾਂਗੇ ਨਾ ਇਲੈਕਸ਼ਨਾਂ ਤੋਂ ਬਾਅਦ, ਜੀ ਹੁਣ SGPC 'ਤੇ ਲਾ ਦਿਓ ਜ਼ੋਰ, ਸ਼੍ਰੋਮਣੀ ਕਮੇਟੀ ਦੀਆਂ ਚੋਣਾਂ 'ਤੇ। ਮੈਂ ਇਹ ਗੱਲ ਪੂਰੇ ਯਕੀਨ ਨਾਲ ਕਹਿਣਾ, ਉਹਨਾਂ ਇਲੈਕਸ਼ਨਾਂ ਦਾ ਰਿਜ਼ਲਟ ਵੀ ਇਹੋ ਜਿਹਾ ਹੀ ਆਊ, ਇਦੋਂ ਵੀ ਭੈੜਾ ਹੋ ਸਕਦਾ। ਇਦੋਂ ਵੱਡੇ ਠੱਗ ਤੇ ਚੋਰ ਬਾਦਲਾਂ ਨੂੰ ਹਟਾ ਕੇ ਆ ਸਕਦੇ, ਪਰ ਇਹਦਾ ਮਤਲਬ ਇਹ ਨਹੀਂ ਬਾਦਲਾਂ ਨੂੰ ਰੱਖੀ ਰੱਖੋ। ਪਰ ਇਹ ਵੀ ਨਾ ਹੋਵੇ ਵੀ ਬਸ ਢਾਹ ਲਏ ਜੀ, ਢਾਹ ਲਿਆ, ਬਸ ਬਦੀ ਢਾਹ ਲਈ। ਬਦੀ ਦੀ ਜੜ ਬਹੁਤ ਡੂੰਘੀ ਹੈ, ਤੇ ਜਿੰਨੇ ਚਿਰ ਜੜ ਨੂੰ ਨਹੀਂ ਪਛਾਣਦੇ ਤੇ ਉੱਥੋਂ ਜਾ ਕੇ ਉਹਨੂੰ ਪੁੱਟਦੇ ਨਹੀਂ, ਉਹਨਾਂ ਚਿਰ ਇਹ ਗੱਲ ਨਹੀਂ ਹੋ ਸਕਦੀ। ਉਹ ਜੜ ਆ ਪਈ ਹੈ, ਗੁਰੂ ਦੀ ਪਛਾਣ ਭੁੱਲ ਗਿਆ। ਜਿੰਨਾ ਚਿਰ ਗੁਰੂ ਦੀ ਪਛਾਣ ਨਹੀਂ ਹੋਊ, ਅਸੀਂ ਹਾਰਾਂਗੇ, ਅਸੀਂ ਰੁਲਾਂਗੇ। ਭਾਵੇਂ ਪ੍ਰਵਾਸ ਦਾ ਸੰਤਾਪ ਭੋਗ ਲਓ, ਭਾਵੇਂ ਨਸ਼ਿਆਂ ਵੱਲ ਨੂੰ ਲੱਗ ਜਾਓ, ਤੇ ਭਾਵੇਂ ਕੁਛ ਹੋਰ ਕਰ ਲਓ। ਗੁਰੂ ਦੀ ਮੁਕੰਮਲ ਪਛਾਣ, ਉਹਦੇ ਵਾਸਤੇ ਬਹੁਤ ਸਾਧਨਾ ਦੀ ਲੋੜ ਹੈ। ਨਾਮ ਸਿਮਰਨ ਤੋਂ ਬਿਨਾਂ ਤੁਹਾਨੂੰ ਗੁਰੂ ਦੀ ਪਛਾਣ ਨਹੀਂ ਆ ਸਕਦੀ। ਤੇ ਹੁਣ ਸਾਡੇ ਉਹਨਾਂ ਨੇ ਅਰਥ ਇਹਦੇ ਵੀ ਬਦਲਤੇ ਨਾਮ ਸਿਮਰਨ ਦੇ, ਤਰਕਵਾਦੀਆਂ ਨੇ, ਪ੍ਰਚਾਰਕਾਂ ਨੇ ਤੇ ਦੂਜਿਆਂ ਨੇ ਵੀ। ਸੋ ਕਾਫੀ ਵੱਡਾ ਮਸਲਾ, ਪਰ ਇੱਕ ਗੱਲ 'ਚ ਵਿਸ਼ਵਾਸ ਰੱਖੋ ਕਿ ਗੁਰੂ 'ਚ ਤਾਕਤ ਬੜੀ। ਵੱਡੇ ਵੱਡੇ ਤਖਤ ਵੀ ਆਏ, ਬਾਦਸ਼ਾਹੀਆਂ ਆਈਆਂ, ਉਹ ਵੀ ਨਹੀਂ ਖਤਮ ਕਰ ਸਕੇ। ਖਤਮ ਨਹੀਂ ਹੋਣਾ, ਰੋਲਾਂਗੇ ਅਜੇ। ਇਸ ਰੋਲਣ ਤੋਂ ਘਬਰਾਉਣ ਦੀ ਲੋੜ ਨਹੀਂ, ਇਹ ਤੋਂ ਸਿੱਖਣ ਦੀ ਤੇ ਚਤੰਨ ਹੋਣ ਦੀ ਲੋੜ ਹੈ, ਸਾਵਧਾਨ ਹੋਣ ਦੀ ਲੋੜ ਹੈ, ਤੇ ਕੋਈ ਉਪਾਅ ਕਰਨ ਦੀ ਲੋੜ ਹੈ। ਸੋ ਮੇਰਾ ਖਿਆਲ ਹੈ ਕਿ ਕਾਫੀ ਸਮਾਂ ਹੋ ਗਿਆ ਹੁਣ। ਸੋ ਇੰਨੀਆਂ ਕਿ ਮੇਰੇ ਮਨ ਦੇ ਵਿੱਚ ਸੀ ਕਿ ਕੁਛ ਵਿਚਾਰਾਂ ਕੀਤੀਆਂ ਜਾਣ। ਸੋ ਇਹ ਇੱਕ ਮੇਰੇ ਵੱਲੋਂ ਯਤਨ ਹੈ ਕਿ ਅਸੀਂ ਜਦੋਂ ਵੀ ਇਹੋ ਜਿਹੇ ਇਤਿਹਾਸਕ ਦਿਹਾੜਿਆਂ 'ਤੇ ਜੁੜੀਏ ਤਾਂ ਗੱਲਾਂ ਇਸ ਪੱਧਰ 'ਤੇ ਜਾ ਕੇ, ਇਸ ਗਹਿਰਾਈ 'ਚ ਜਾ ਕੇ, ਇਸ ਗੰਭੀਰਤਾ ਨਾਲ ਵਿਚਾਰੀਆਂ ਜਾਣ ਤਾਂ ਬੜਾ ਕੁਛ ਪਿਆ। ਤਾਂ ਕੌਮ ਰਾਖ 'ਚੋਂ ਵੀ ਆਪਦੀ ਚੋਂ ਖੜੀ ਹੋ ਸਕਦੀ ਹੈ। ਇਹ ਪੰਜਾਬ ਦੀ ਧਰਤੀ ਦੇ ਜਿਹੜੇ ਮਿੱਟੀ ਦੇ ਕਣ ਹੈ ਨਾ, ਉਹਨਾਂ 'ਤੇ ਵੀ ਬਖਸ਼ਿਸ਼ ਹੋਈ। ਸੋ ਹਰਿੰਦਰ ਸਿੰਘ ਮਹਿਬੂਬ ਨੇ ਇਹ ਨਿਚੋੜ ਕੱਢਿਆ ਸੀ ਕਿ ਜਿਹੜਾ ਉਹ ਇੰਤਜ਼ਾਰ ਖਤਮ ਹੋਇਆ 2 ਸਦੀਆਂ ਦਾ ਗੁਰੂ ਦੀ ਪਛਾਣ ਦਾ, ਉਹ 10 ਪਾਤਸ਼ਾਹੀਆਂ ਦੀ ਇੱਕ ਬਖਸ਼ਿਸ਼ ਸੀ। ਉਸ ਸਿੰਧ ਦੇ ਉੱਤੇ, ਸੰਗਤ ਦੇ ਉੱਤੇ 10 ਪਾਤਸ਼ਾਹੀਆਂ ਦੀ ਬਖਸ਼ਿਸ਼ ਸੀ।
ਤੇ ਉਸ ਛਿਣ ਗੁਰੂ ਗੋਬਿੰਦ ਸਿੰਘ ਜੀ ਇਕੱਲੇ ਨਹੀਂ ਸੀ, ਉਹਨਾਂ 'ਚ 10 ਪਾਤਸ਼ਾਹੀਆਂ ਦਾ ਤੇਜ ਸ਼ਾਮਲ ਸੀਗਾ। ਉਸ ਬਖਸ਼ਿਸ਼ ਦਾ ਬੋਝ ਉਠਾਉਣਾ ਸੌਖਾ ਨਹੀਂ ਸੀ। ਸਾਨੂੰ ਤਾਂ ਇੱਥੇ ਮਾੜਾ ਜਿਹਾ ਕੋਈ ਰਿਜ਼ਲਟ ਵੀ ਚੰਗਾ ਆ ਜੇ ਨਾ ਕਿਸੇ ਇਮਤਿਹਾਨ 'ਚ, ਉਹ ਵੀ ਬੰਦੇ ਨੂੰ ਕਈ ਵਾਰ ਝੱਲਣਾ ਔਖਾ ਹੋ ਜਾਂਦਾ ਹੈ। ਲਾਟਰੀ ਨਿਕਲਿਆ ਆਵੇ। ਤੁਸੀਂ ਸੋਚੋ 2 ਸਦੀਆਂ ਤੋਂ ਜਿਹੜੀ ਕੌਮ ਤਰਲੋ ਮੱਛੀ ਹੋ ਰਹੀ ਹੈ ਕਿ ਕਦੋਂ ਸਾਡੇ ਤੇ ਬਖਸ਼ਿਸ਼ ਹੋ ਗਈ, ਤੇ ਉਹ 10 ਪਾਤਸ਼ਾਹੀਆਂ ਉਸ ਛਿਣ ਦੇ ਉੱਤੇ ਤੁਹਾਡੇ ਤੇ ਬਖਸ਼ਿਸ਼ ਕਰ ਰਹੀਆਂ। ਸੋ ਸੀਸ ਮੰਗਣ ਦਾ ਹੁਕਮ ਇਕੱਲੇ ਗੁਰੂ ਦਾ ਨਹੀਂ ਸੀ, ਉਹ 10 ਪਾਤਸ਼ਾਹੀਆਂ ਦਾ ਸੀ। ਉਹਦਾ ਤੇਜ ਝੱਲਣਾ ਇੰਨਾ ਸੌਖਾ ਨਹੀਂ ਸੀ। ਸੀ ਜੇ ਕਿਤੇ ਚੁੱਪ ਵੀ ਵਰਤੀ ਜਾਂ ਗੰਭੀਰਤਾ ਵੀ ਆਈ। ਸੋ ਮੇਰਾ ਖਿਆਲ ਹੈ ਕਿ ਹੁਣ ਆਪਾਂ ਇੱਥੇ ਗੱਲਬਾਤ ਨੂੰ ਖਤਮ ਕਰੀਏ। ਕਾਫੀ ਸਮਾਂ ਹੋ ਗਿਆ, ਫਿਰ ਮੌਕਾ ਮਿਲਿਆ ਫਿਰ ਮਿਲਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।